ਕੋਵਿਡ ਦੇ ਦੌਰ ਦੇ ਵਿੱਚ ਜਿਹੜੀ ਅਲਬਰਟਾ ਨੂੰ ਗ੍ਰਾਂਟ ਮਿਲੀ ਹੈ, ਜਿਹੜੀ ਅਲਬਰਟਾ ਨੂੰ ਏਡ ਮਿਲੀ ਹੈ ਫੈਡਰਲ, ਉਹ ਤਕਰੀਬਨ ਸਾਰੇ ਪ੍ਰੋਵਿੰਸ ਦੇ ਮੁਕਾਬਲੇ ਵੱਧ ਪਰਸੈਂਟੇਜ ਪਰ ਕੈਪੀਟਾ ਪਰ ਪਰਸਨ ਜਿਹੜੀ ਹੈ ਉਹ ਵੱਧ ਮਿਲੀ ਹੈ। ਅੱਛਾ ਜੀ। ਹਾਂਜੀ, ਸੋ ਇਹ ਵੀ ਕਹਿੰਦੇ ਨੇ ਕਿ ਹੁਣ ਜਿਹੜਾ ਸਟਿਲ ਐਜ਼ ਔਨ ਡੇਟ ਜਿਹੜੀ ਕੋਵਿਡ, ਕਿਉਂਕਿ ਖਾਸ ਕਰ ਅਸੀਂ ਜਾਣਦੇ ਹਾਂ ਕਿ ਅਲਬਰਟਾ ਦੇ ਵਿੱਚ ਕੋਵਿਡ ਦੀ ਸਿਚੁਏਸ਼ਨ ਕਾਫੀ ਖਰਾਬ ਹੈ, ਤੇ ਉਹਦੇ ਮੱਦੇਨਜ਼ਰ ਹੁਣ ਵੀ ਜਿਹੜੀ ਅਲਬਰਟਾ ਨੂੰ ਮਦਦ ਮਿਲ ਰਹੀ ਹੈ ਉਹ ਉਸੇ ਬੇਸ ਤੇ ਮਿਲ ਰਹੀ ਹੈ ਜਿਸ ਐਕਟ ਨੂੰ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਇਹਦੀ ਲੋੜ ਨਹੀਂ। ਇਹ ਜਿਹੜੀ ਚੀਜ਼ ਹੈ ਇਹ ਗਲਤ ਹੈ, ਇਹਦੇ ਬਾਰੇ ਕੋਈ ਡਾਊਟ ਨਹੀਂ ਜੀ। ਲੇਕਿਨ ਮੈਨੂੰ ਲੱਗਦਾ ਕਿ ਵੱਖ-ਵੱਖ ਕਿਸਮ ਦੇ ਇਨਸਾਨ ਇਹ ਕੰਮ ਕਰ ਸਕਦੇ ਨੇ। ਬਿਲਕੁਲ। ਇੱਕ ਪੋਸਟਰ ਫਾਰ ਐਗਜ਼ਾਮਪਲ ਮੈਂ ਦੇਖ ਰਿਹਾ ਸੀ ਕਿ ਉਹ ਪਤਾ ਨਹੀਂ ਕੈਂਡੀਡੇਟ ਦੇ ਫੇਸ ਦੇ ਉੱਪਰ ਮੁੱਛਾਂ ਬਣਾਤੀਆਂ ਗਈਆਂ, ਤੇ ਇਹ ਹੁਣ ਜਿਹੜਾ ਇਦਾਂ ਦਾ ਕਾਰਨਾਮਾ ਹੈ, ਹੋ ਸਕਦਾ ਕਿਸੇ ਨੇ ਸ਼ਰਾਰਤ ਵਜੋਂ ਕੀਤਾ ਹੋਵੇ। ਪਿਛਲੀ ਇੱਕ ਆਪਣੇ ਸੱਜਣ ਸਨ, ਵੈਸੇ ਤਾਂ ਉਹ ਪੋਲੀਟੀਕਲ ਪਾਰਟੀ ਦੇ ਨਾਲ ਐਸੋਸੀਏਟਡ ਰਹੇ ਨੇ, ਕੈਲਗਰੀ ਸ਼ਹਿਰ ਤੋਂ ਰਹੇ ਨੇ, ਲੇਕਿਨ ਉਹ ਕਾਫੀ ਐਗਰੈਸਿਵ ਪੋਲੀਟੀਸ਼ੀਅਨ ਸਨ। ਉਹਨਾਂ ਨੂੰ ਪਰਮਾਤਮਾ ਨੇ ਉਮਰ ਲੰਬੀ ਨਹੀਂ ਬਖਸ਼ੀ, ਲੇਕਿਨ ਉਹ ਇਹ ਗੱਲ ਅਕਸਰ ਕਿਹਾ ਹੈ, ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਜਿਹੜੇ ਨੌਜਵਾਨ ਨੇ, ਕਿਉਂਕਿ ਉਹ ਪੰਜਾਬੀ ਸਿੱਖ ਕਮਿਊਨਿਟੀ ਦੇ ਨਾਲ ਸੰਬੰਧਿਤ ਸਨ, ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਨੌਜਵਾਨਾਂ ਨੂੰ ਮੋਹਰੇ ਹੋਣਾ ਚਾਹੀਦਾ। ਸ਼ਰਾਬ ਕੁਰੀਤੀ ਹੈ, ਕਿੰਨੀ ਕੁ ਕੁਰੀਤੀ ਹੈ, ਹਾਂਜੀ, ਲੇਕਿਨ ਅਗਰ ਕੋਈ ਵਿਅਕਤੀ ਕਿਸੇ ਨੂੰ ਕਿਸੇ ਦੀ ਵੋਟ ਨੂੰ ਇਨਫਲੂਐਂਸ ਕਰਨ ਦਾ ਯਤਨ ਕਰਦਾ ਇਹਦੇ ਜ਼ਰੀਏ, ਤੇ ਮੇਰਾ ਖਿਆਲ ਹੈ ਬੇਹੱਦ ਜਿਹੜੀ ਨਿੰਦਣਯੋਗ ਗੱਲ ਹੈ। ਖਾਨਾਂ ਦੀ ਐਜੀਟੇਸ਼ਨ ਦੇ ਵਿੱਚ ਜਿਹੜੇ ਲੋਕ ਨੇ ਇਹ ਖਾਲਿਸਤਾਨੀ ਨੇ, ਇਹ ਵੱਖਵਾਦੀ ਨੇ, ਇਹ ਅੱਤਵਾਦੀ ਨੇ। ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸ਼ਰਮ ਦੇ ਨਾਲ ਡੁੱਬ ਮਰਨ ਲਈ ਇਸ ਤੋਂ ਵੱਡੀ, ਕਿਉਂਕਿ ਇਹੀ ਸਿਰਫ ਗੱਲ ਨੇ, ਮੇਰਾ ਖਿਆਲ ਬਹੁਤ ਲੰਬਾ ਸਮਾਂ ਨਹੀਂ ਹੋਇਆ ਜਦੋਂ ਚਾਈਨਾ ਦੇ ਨਾਲ ਕੌਨਫਲਿਕਟ ਹੋਇਆ ਸੀ, ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਫੌਜੀ ਨੌਜਵਾਨ ਉੱਥੇ ਵੀ ਸ਼ਹੀਦ ਹੋਏ ਸਨ। ਹਰ ਵਾਰੀ ਹੁੰਦੇ ਨੇ, ਹਰ ਵਾਰ ਹੁੰਦੇ ਨੇ, ਤੇ ਕਿੰਨੀ ਕੁ ਵਾਰ ਲੇਕਿਨ ਫਿਰ ਗੱਲ ਇਹ ਆ ਕਿ ਸ਼ਰਮ ਜਿਹੜੀ ਹੈ ਉਹ ਖੈਰ, ਕਿਉਂਕਿ ਵਿਅਕਤੀ ਬਸ਼ਰਮ ਇੱਕੋ ਵਾਰੀ ਹੁੰਦਾ, ਜਿਹੜਾ ਬਸ਼ਰਮ ਹੋ ਜਾਂਦਾ ਉਹਦਾ ਫਿਰ ਬਹੁਤ ਕੁਝ ਕੀਤਾ ਨਹੀਂ ਜਾ ਸਕਦਾ। ਪੰਜਾਬੀ ਨੈਸ਼ਨਲ ਟੈਲੀਵਿਜ਼ਨ ਤੇ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਲੈ ਕੇ ਹਾਜ਼ਰ ਹਾਂ ਜੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਦੋਸਤੋ, ਤੁਸੀਂ ਜਾਣਦੇ ਹੋ ਕਿ 18 ਅਕਤੂਬਰ ਨੂੰ ਐਡਮਿੰਟਨ ਸਮੇਤ ਸਾਰੇ ਅਲਬਰਟਾ ਦੇ ਵਿੱਚ ਮਿਊਨਿਸਪਲ ਚੋਣਾਂ ਹੋਣ ਜਾ ਰਹੀਆਂ ਨੇ। ਇਹਨਾਂ ਚੋਣਾਂ ਦੇ ਵਿੱਚ ਵੋਟ ਪਾਉਣ ਦਾ ਸਹੀ ਤਰੀਕਾ ਕੀ ਹੈ, ਵੋਟ ਪਾਉਣ ਲੱਗਿਆਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਬਾਬਤ ਅੱਜ ਗੱਲਬਾਤ ਕਰਾਂਗੇ। ਗੱਲਬਾਤ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਸਾਡੀ ਟੀਮ ਦੇ ਅਹਿਮ ਮੈਂਬਰ ਸਰਦਾਰ ਗੁਰਿੰਦਰ ਸਿੰਘ ਹੀਰ, ਉਹ ਸਾਡੇ ਨਾਲ ਪਹੁੰਚ ਚੁੱਕੇ ਨੇ। ਆਓ ਜੀ, ਸਵਾਗਤ ਕਰ ਰਹੇ ਹਾਂ ਭਾਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜੀ ਐਡਵਾਂਸ ਪੋਲ ਚੱਲ ਰਹੀ ਆ, ਹਾਂਜੀ, 4 ਅਕਤੂਬਰ ਤੋਂ ਸ਼ੁਰੂ ਹੋਈ, 13 ਅਕਤੂਬਰ ਤੱਕ ਚੱਲਣੀ ਆ, ਹਾਂਜੀ, ਵੋਟ ਪਾਏ? ਬਿਲਕੁਲ ਜੀ, ਕੱਲ੍ਹ ਦਾ ਦਿਨ ਵੈਸੇ ਚੱਲਣੀ ਹੈ, ਲੇਕਿਨ ਮੈਂ ਪਿਛਲਾ ਕੱਲ੍ਹ ਜਿਹੜਾ ਨਿਕਲ ਕੇ ਗਿਆ ਜੀ, ਮੈਂ ਵੋਟ ਪਾ ਕੇ ਆਇਆ ਜੀ। ਤੇ ਅੱਜ ਤੁਹਾਨੂੰ ਸੱਦਣ ਦਾ ਮਕਸਦ ਵੀ ਇਹੀ ਸੀਗਾ, ਕਿਉਂਕਿ ਜਿਹੜੀ ਫਸਟ ਹੈਂਡ ਇਨਫੋਰਮੇਸ਼ਨ ਆਉਂਦੀ ਹੈ ਨਾ, ਉਹ ਸਟੀਕ ਜਾਣਕਾਰੀ ਹੁੰਦੀ ਹੈ, ਤੇ ਮੈਂ ਚਾਹੁੰਦਾ ਵੀ ਆਪਣੇ ਦਰਸ਼ਕਾਂ ਦੇ ਨਾਲ ਸਾਂਝ ਪਾਈਏ ਕਿ ਇਹ ਜਿਹੜੀਆਂ ਚੋਣਾਂ ਹੋਣੀਆਂ ਹੁਣ ਅਕਤੂਬਰ 18 ਨੂੰ, ਉਹਦੇ ਵਿੱਚ ਵੋਟ ਪਾਉਣ ਦਾ ਸਹੀ ਤਰੀਕਾ ਕੀ ਹੈਗਾ ਵਾ, ਪ੍ਰੋਸੀਜਰ ਕੀ ਹੈਗਾ ਵਾ। ਸ਼ੁਰੂਆਤ ਕਰਦੇ ਹਾਂ ਆਪਾਂ ਵੀ ਜਦੋਂ ਅਸੀਂ ਪੋਲਿੰਗ ਬੂਥ ਦੇ ਵਿੱਚ ਐਂਟਰ ਕਰਦੇ ਹਾਂ, ਹਾਂਜੀ, ਤੇ ਉੱਥੋਂ ਵਾਪਸ ਆਉਂਦੇ ਹਾਂ, ਉਸ ਦਰਮਿਆਨ ਸਾਰੀ ਪ੍ਰਕਿਰਿਆ ਨੂੰ ਸੰਖੇਪ ਦੇ ਵਿੱਚ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਜਰਾ। ਬਹੁਤ ਬਿਹਤਰ ਜੀ। ਇੱਕ ਤਾਂ ਚੰਗੀ ਗੱਲ ਹੈ ਕਿ ਮੈਨੂੰ ਵੋਟ ਪਾਉਣ ਦਾ ਪਹਿਲਾ ਫਾਇਦਾ ਇਹ ਹੋਊਗਾ ਕਿ ਤੁਸੀਂ ਮੇਰੇ ਤੋਂ ਇਹ ਜਾਣਕਾਰੀ ਲੈ ਰਹੇ ਹੋ ਜੀ। ਗੱਲ ਇਹ ਹੈ ਜੀ ਕਿ ਵੋਟ ਐਡਵਾਂਸ ਪੋਲਿੰਗ ਜਿਵੇਂ ਕੱਲ੍ਹ ਤੱਕ ਹੈ, ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਸੀਕੁਐਂਸ ਵਾਈਜ਼ ਕਿਸ ਤਰ੍ਹਾਂ ਜਦੋਂ ਤੁਸੀਂ ਪੋਲਿੰਗ ਸਟੇਸ਼ਨ 'ਤੇ ਜਾਂਦੇ ਹੋ ਤੇ ਕਿਹੜੀਆਂ ਚੀਜ਼ਾਂ ਤੁਸੀਂ ਫੇਸ ਕਰਦੇ ਹੋ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਮੈਨੂੰ ਤਕਰੀਬਨ ਟੋਟਲ ਪ੍ਰੋਸੈਸ ਨੂੰ ਮੈਨੂੰ ਅੱਧਾ ਕੁ ਘੰਟਾ ਲੱਗਿਆ ਜੀ, ਕਿਉਂਕਿ ਬਹੁਤ ਜ਼ਿਆਦਾ ਕੋਈ ਲੰਬੀ ਲਾਈਨ ਆਪਣੀ ਸੀ। ਮੇਰੇ ਖਿਆਲ 10 ਲੋਕ ਮੇਰੇ ਤੋਂ ਅੱਗੇ ਸਨ, ਤੇ ਉਹ ਉਸ ਪ੍ਰੋਸੈਸ ਦੇ ਵਿੱਚ ਫਿਰ ਉਹ, ਕਿਉਂਕਿ ਸੈਕੰਡ ਫਲੋਰ 'ਤੇ ਜਿਸ ਜਗ੍ਹਾ 'ਤੇ ਮੈਂ ਵੋਟਿੰਗ ਕੀਤੀ ਹੈ, ਉੱਥੇ ਸੈਕੰਡ ਫਲੋਰ 'ਤੇ ਜਿਹੜੀਆਂ ਆਪਣੇ ਵੋਟ ਕਾਸਟ ਹੋ ਰਹੇ ਸਨ। ਸੋ ਉਹਦੇ ਵਿੱਚ ਇਹ ਆ, ਦੋ ਚੀਜ਼ਾਂ ਮੈਂ ਕਲੈਰੀਫਾਈ ਕਰਨਾ ਚਾਹਾਂਗਾ। ਇੱਕ ਚੀਜ਼ ਤਾਂ ਹੈ ਕਿ ਕਿਸੇ ਕਿਸਮ ਦੀ ਕੋਵਿਡ ਸੰਬੰਧੀ ਕੋਈ ਕੁਐਸਚਨ ਨਹੀਂ ਕੀਤਾ ਜਾਂਦਾ। ਦੈਟਸ ਗੁੱਡ। ਠੀਕ ਹੈ ਜੀ, ਕਿਸੇ ਕਿਸਮ ਦਾ ਵੀ ਤੁਹਾਨੂੰ ਸਿਰਫ, ਕਿਉਂਕਿ ਕਈ ਜਗ੍ਹਾ ਇਸ ਤਰ੍ਹਾਂ ਦੀਆਂ ਹਨ। ਪਿੱਛੇ ਜੇ ਅਸੀਂ ਇੱਕ ਸੈਰੇਮਨੀ ਅਟੈਂਡ ਕੀਤੀ, ਉੱਥੇ ਪਾਰਟੀ ਹਾਲ ਦੇ ਵਿੱਚ ਜਾਣ ਲੱਗਿਆਂ ਜਿਹੜੇ ਸਾਡੇ ਸਰਟੀਫਿਕੇਟ ਸਨ, ਜਿਹੜੇ ਅਲਬਰਟਾ ਗੌਰਮੈਂਟ ਇਸ਼ੂ ਕਰਦੀ ਹੈ
ਜਿਹੜੇ ਵੈਕਸੀਨੇਸ਼ਨ ਦੇ ਨੇ ਉਹ ਦਿਖਾਉਣੇ ਪੈਂਦੇ ਨੇ, ਲੇਕਿਨ ਇੱਥੇ ਇਸ ਤਰ੍ਹਾਂ ਦੀ ਕੋਈ ਸੋ ਰਿਕੁਆਇਰਮੈਂਟ ਵੈਕਸੀਨ ਪ੍ਰੂਫ ਵੀ ਨਹੀਂ ਚਾਹੀਦਾ ਤੁਹਾਨੂੰ? ਵੈਕਸੀਨ ਪ੍ਰੂਫ ਨਹੀਂ ਚਾਹੀਦਾ ਜੀ। ਇਹ ਮੈਂ ਖਾਸ ਕਰਕੇ ਇਸ ਕਰਕੇ ਦੱਸ ਰਿਹਾ ਕਿਉਂਕਿ ਮੈਂ ਵੀ ਉਹ ਆਪਣੇ ਤਿਆਰ ਕਰਕੇ ਲੈ ਕੇ ਗਿਆ ਸੀ, ਲੇਕਿਨ ਉਹਦੀ ਜ਼ਰੂਰਤ ਨਹੀਂ ਪਈ। ਸਿਰਫ ਤੇ ਸਿਰਫ ਤੁਹਾਨੂੰ ਮਾਸਕ ਲਗਾ ਕੇ ਜਾਣਾ ਜ਼ਰੂਰੀ ਹੈ ਜੀ। ਇਹ ਪਹਿਲੀ ਗੱਲ ਹੈ ਜੀ। ਦੂਜੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਜਦੋਂ ਤੁਸੀਂ ਉੱਥੇ ਜਿਹੜਾ ਆਪਣੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਸਟਾਫ ਨੇ, ਜਿਹੜਾ ਸਭ ਤੋਂ ਪਹਿਲਾਂ ਤੁਹਾਡਾ ਪੁਆਇੰਟ ਹੈ, ਜਦੋਂ ਤੁਸੀਂ ਪਹਿਲੇ ਆਪਣੇ ਵਿਅਕਤੀ ਨੂੰ ਮਿਲਦੇ ਹੋ ਤੇ ਉਹ ਤੁਹਾਨੂੰ ਇੱਕ ਫਾਰਮ ਦਿੰਦੇ ਨੇ। ਉਹ ਫਾਰਮ ਜਿਹੜਾ ਉਹਦੇ ਤੇ ਦੋ ਚੀਜ਼ਾਂ ਦਾ ਧਿਆਨ ਦੇਣ ਵਾਲਾ। ਇੱਕ ਤਾਂ ਉਹਦੇ ਵਿੱਚ ਜਿਹੜੇ ਚੈੱਕ ਪੁਆਇੰਟ ਨੇ ਉਹਦੇ ਵਿੱਚ 3 ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਤੁਸੀਂ ਐਲੀਜੀਬਲ ਹੋ। ਉਹ ਸਿਰਫ ਤੁਹਾਡੀ ਇੱਕ ਸੈਲਫ ਡਿਕਲੇਰੇਸ਼ਨ ਹੈ ਜੀ, ਕਿ ਤੁਹਾਨੂੰ ਇਹ ਪੁੱਛਿਆ ਜਾਂਦਾ ਤੁਸੀਂ 18 ਸਾਲ ਤੋਂ ਉੱਪਰ ਹੋ, ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਤੇ ਤੁਸੀਂ ਅਲਬਰਟਾ ਦੇ ਐਡਮਿੰਟਨ ਦੇ ਖਾਸ ਕਰਕੇ ਨਾਗਰਿਕ ਹੋ। ਹਲਫੀਆ ਬਿਆਨ ਦੇਣਾ ਤੁਸੀਂ? ਹਲਫੀਆ ਬਿਆਨ ਤੇ ਮੈਂ ਇਸ ਕਰਕੇ ਸਟ੍ਰੈਸ ਕਰ ਰਿਹਾ ਕਿ ਸਿਰਫ ਮੇਰਾ ਡਰਾਈਵਿੰਗ ਲਾਇਸੈਂਸ ਦੇਖਿਆ ਗਿਆ ਜੀ, ਮੇਰੇ ਸਿਟੀਜ਼ਨਸ਼ਿਪ ਦਾ ਕੋਈ ਪ੍ਰੂਫ ਨਹੀਂ ਦੇਖਿਆ ਗਿਆ। ਸੋ ਇਹ ਬੜੀ ਇੱਕ ਜਿਹੜੀ ਪਹਿਲੀ ਅਹਿਮ ਚੀਜ਼ ਹੈ। ਦੂਜੀ ਗੱਲ ਇਹ ਹੈ ਕਿ ਉਸ ਫਾਰਮ ਦੇ ਵਿੱਚ ਫਿਰ 2 ਹੋਰ ਚੈੱਕ ਬਾਕਸ ਨੇ। ਉਹ ਚੈੱਕ ਬਾਕਸ ਤੁਹਾਨੂੰ ਇਹ ਪੁੱਛਦੇ ਨੇ, ਉਹਨਾਂ ਵਿੱਚੋਂ ਕਿਸੇ ਇੱਕ ਤੇ ਤੁਸੀਂ ਚੈੱਕ ਕਰਨਾ ਹੈ। ਉਹ ਤੁਹਾਨੂੰ ਇਹ ਪੁੱਛਦੇ ਨੇ ਕਿ ਜਿਸ ਏਰੀਏ ਲਈ, ਜਿਸ ਵਾਰਡ ਲਈ ਤੁਸੀਂ VOTING ਕਰਨੀ ਹੈ, ਤੁਸੀਂ ਉਹਦੇ ਵਿੱਚ ਕੈਥੋਲਿਕ ਸਕੂਲ ਦੇ ਟਰਸਟੀ ਲਈ ਵੋਟ ਕਰਨੀ ਹੈ ਕਿ ਤੁਸੀਂ ਪਬਲਿਕ ਸਕੂਲ ਦਾ ਜਿਹੜਾ ਆਪਣੇ ਟਰਸਟੀ ਹੈਗਾ ਉਹਦੇ ਲਈ ਵੋਟ ਕਰਨੀ ਹੈ। ਠੀਕ ਹੈ। ਉਹ ਬਹੁਤ ਅਹਿਮ ਹੈ ਕਿਉਂਕਿ ਅਗਰ ਤੁਸੀਂ ਉੱਥੇ ਗਲਤ ਚੈੱਕ ਕਰਦੇ ਹੋ ਤੇ ਤੁਹਾਨੂੰ ਫਿਰ ਜਿਹੜਾ ਬੈਲਟ ਪੇਪਰ ਮਿਲਣਾ ਉਸ ਤੇ ਤੁਹਾਡੇ ਵਾਲੇ ਟਰਸਟ ਵਾਲੇ ਜਿਹੜੇ ਸਕੂਲ ਟਰਸਟੀ ਨੇ, ਅਗਰ ਤੁਸੀਂ ਕੈਥੋਲਿਕ ਸਕੂਲ ਨੂੰ ਵੋਟ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਕੈਥੋਲਿਕ ਵਾਲੇ ਚੈੱਕ ਕਰਨਾ ਪਵੇਗਾ, ਉਸ ਦੇ ਉੱਪਰ ਪਬਲਿਕ ਸਕੂਲ ਵਾਲਿਆਂ ਦੇ ਨਾਮ ਨਹੀਂ ਹਨ ਬੈਲਟ ਪੇਪਰ ਜੀ। ਸੋ ਪਹਿਲੀ ਕ੍ਰਿਟੀਕਲ ਗੱਲ ਇਹ ਹੈ ਕਿ ਤੁਸੀਂ ਉੱਥੇ ਪ੍ਰੋਪਰ ਜਿਹੜਾ ਬਾਕਸ ਹੈ ਚੈੱਕ ਮਾਰ ਕਰੋ, ਉਸ ਤੋਂ ਬਾਅਦ ਤੁਹਾਡੇ ਸਿਗਨੇਚਰ ਲੈਂਦੇ ਨੇ। ਸੋ ਧਿਆਨ ਦੇਣ ਵਾਲੀ ਗੱਲ ਹੈ ਇਹ, ਧਿਆਨ ਦੇਣ ਵਾਲੀ ਗੱਲ ਹੈ ਜੀ। ਦੂਜੀ ਗੱਲ ਇਹ ਹੈ ਜੀ ਕਿ ਉਸ ਤੋਂ ਬਾਅਦ ਫਿਰ ਉਹ ਤੁਹਾਨੂੰ 2 ਬੈਲਟ ਪੇਪਰ ਦਿੰਦੇ ਨੇ। ਜਿਵੇਂ ਕਿ 2, ਕਿਉਂਕਿ ਜਿਹੜੀ ਇਲੈਕਸ਼ਨ ਹੋ ਰਹੀ ਹੈ ਨਾ ਜੀ, ਇੱਕ ਤੇ ਐਡਮਿੰਟਨ ਸ਼ਹਿਰ ਦੇ ਅਸੀਂ ਨਿਵਾਸੀ ਹਾਂ ਤੇ ਐਡਮਿੰਟਨ ਦੀ ਮਿਊਨਿਸਪੈਲਿਟੀ ਜਿਹੜੀ ਹੈ ਇਹਦੀ ਇਲੈਕਸ਼ਨ ਹੋ ਰਹੀ ਹੈ। ਇੱਕ ਬੈਲਟ ਪੇਪਰ ਜਿਹੜਾ ਉਹ ਸਿਰਫ ਐਡਮਿੰਟਨ ਦੀ ਮਿਊਨਿਸਪੈਲਿਟੀ ਦੇ ਨਾਲ ਐਸੋਸੀਏਟਡ ਬੈਲਟ ਪੇਪਰ ਹੈ, ਜਿਹਦੇ ਵਿੱਚ ਅਸੀਂ ਮੇਅਰ ਚੁਣਨਾ, ਜਿਹਦੇ ਵਿੱਚ ਅਸੀਂ ਆਪਣੇ ਵਾਰਡ ਦਾ ਕੌਂਸਲਰ ਚੁਣਨਾ ਤੇ ਜਿਹਦੇ ਵਿੱਚ ਅਸੀਂ ਆਪਣੇ ਵਾਰਡ ਦੇ ਵਿੱਚ ਫਿਰ ਜਿਹੜੇ ਸਕੂਲ ਦਾ ਅਸੀਂ ਬਾਕਸ ਪਿਕ ਕੀਤਾ ਸੀ ਉਹਦਾ ਸਕੂਲ ਦਾ ਟਰਸਟੀ ਚੁਣਨਾ ਜੀ। ਇਹ ਪਹਿਲਾ ਬੈਲਟ ਪੇਪਰ ਹੈ। ਦੂਜਾ ਜਿਹੜਾ ਬੈਲਟ ਪੇਪਰ ਹੈ ਉਹ ਅਲਬਰਟਾ ਸਰਕਾਰ ਦਾ ਹੈ। ਉਹ ਜਿਹੜਾ ਪ੍ਰੋਵਿੰਸ਼ੀਅਲ ਬੈਲਟ ਪੇਪਰ ਹੈ ਉਹਦੇ ਵਿੱਚ 2 ਚੀਜ਼ਾਂ ਨੇ। ਇੱਕ ਤਾਂ ਹੈ ਜੀ 2 ਰੈਫਰੈਂਡਮ ਨੇ ਜੀ, ਤੇ ਉਸ ਤੋਂ ਇਲਾਵਾ ਫਿਰ ਇੱਕ ਲਿਸਟ ਹੈ ਜਿਹਦੇ ਵਿੱਚ ਨਾਮ ਹੈ, ਜਿਹਦੇ ਵਿੱਚ ਅਸੀਂ ਉਹਨਾਂ ਲੋਕਾਂ ਦੀ, ਮੇਰੇ ਖਿਆਲ ਤਕਰੀਬਨ ਜਿਸ ਵਾਰਡ ਦੇ ਵਿੱਚ ਮੈਂ ਗਿਆ ਸੀ, ਜਾਂ ਮੇਰਾ ਖਿਆਲ ਹੈ ਕਿ ਉਹ ਸ਼ਾਇਦ ਕਾਮਨ ਹੋਣ, ਉਹ ਤਕਰੀਬਨ 10 ਤੋਂ 12 ਨਾਮ ਸਨ। 13 ਕੈਂਡੀਡੇਟ ਨੇ ਜੀ। 13 ਕੈਂਡੀਡੇਟ ਨੇ ਜੀ। ਉਹਨਾਂ ਦੇ ਵਿੱਚੋਂ ਤੁਸੀਂ 3 ਕੈਂਡੀਡੇਟ ਪਿਕ ਕਰਨੇ। ਬਿਲਕੁਲ ਠੀਕ ਹੈ ਜੀ। ਔਰ ਮੈਂ ਉਹਦੇ ਵਿੱਚ ਇਹ ਦੱਸ ਦਿਆਂ ਕਿ ਉਹਦੇ ਵਿੱਚ ਮੈਨੂੰ ਜਿਹੜੀ ਚੀਜ਼ ਮੈਂ ਨੋਟਿਸ ਕੀਤੀ ਹੈ ਕਿ ਕੁਝ ਕੈਂਡੀਡੇਟ ਜਿਹੜੇ ਨੇ ਉਹ ਆਪਣੇ ਆਪ ਨੂੰ ਰਾਜਨੀਤਿਕ ਪਾਰਟੀ ਦੇ ਨਾਲ ਐਸੋਸੀਏਸ਼ਨ ਉਹਨਾਂ ਨੇ ਓਪਨ ਸ਼ੋਅ ਕੀਤੀ ਸੀ। ਉਹਨਾਂ ਨੇ ਦੱਸੀ ਸੀ, ਉਹਨੇ ਦੱਸਿਆ ਸੀ ਕਿ ਅਸੀਂ ਕੰਜ਼ਰਵੇਟਿਵ ਜਿਹੜੀ ਪਾਰਟੀ ਜਾਂ ਅਸੀਂ ਜਿਹੜੀ ਹੋਰ ਜਾਂ ਕਿਸੇ ਨੂੰ, ਹਾਂਜੀ। ਲੇਕਿਨ ਬਹੁਤ ਗਿਣਤੀ ਮੇਰਾ ਖਿਆਲ ਹੈ ਉਹਨਾਂ ਕੈਂਡੀਡੇਟਸ ਦੀ ਸੀ ਜਿਹੜੇ ਆਪਣੇ ਆਪ ਨੂੰ ਇੰਡੀਪੈਂਡੈਂਟ ਕਹਿ ਰਹੇ ਸੀ। ਸੋ ਉਹਨਾਂ ਵਿੱਚੋਂ ਤੁਸੀਂ 3 ਮਾਰਕ ਕਰਨੇ ਨੇ। ਫਿਰ 2 ਰੈਫਰੈਂਡਮ ਨੇ, ਜਿਹਦੇ ਵਿੱਚ ਇੱਕ ਤਾਂ ਬੜਾ ਸਿੰਪਲ ਹੈ ਕਿ ਅਸੀਂ ਜਿਹੜਾ ਸਾਡਾ ਡੇ ਲਾਈਟ ਸੇਵਿੰਗ ਟਾਈਮ ਹੈ ਉਹ ਅਸੀਂ ਇੱਦਾਂ ਹੀ ਚੇਂਜ ਕਰਨੇ ਕਲੌਕ ਆਪਣੇ ਹਰ ਸਾਲ, ਜਾਂ ਆਪਾਂ ਫਿਰ ਇਹ 'ਤੇ ਸਟਾਪ ਲਾਉਣਾ। ਅਤੇ ਦੂਜਾ ਫਿਰ ਇਹ ਹੈ ਕਿ ਜਿਹੜਾ ਇਕੁਅਲਾਈਜੇਸ਼ਨ ਐਕਟ ਹੈ ਜਿਹਦੇ ਵਿੱਚ ਫੈਡਰਲ ਗੌਰਮੈਂਟ ਦਾ ਇੱਕ ਸਾਡੀ ਕੰਸਟੀਟਿਊਸ਼ਨ ਦੀ ਧਾਰਾ ਹੈ, ਉਸ ਨੂੰ ਉਸ ਦੇ ਉੱਤੇ ਡਿਸਕਸ਼ਨ ਚਲਾਉਣ ਲਈ ਅਲਬਰਟਾ ਸਰਕਾਰ ਨੇ ਇਹ ਕੁਐਸਚਨ ਪੁੱਛਿਆ। ਸੋ ਇਹਨਾਂ ਦੇ ਆਨਸਰ, ਇਹਨਾਂ ਮੁੱਦਿਆਂ ਤੇ ਆਪਾਂ ਨਾ ਵਿਸਥਾਰ ਸਹਿਤ ਗੱਲਬਾਤ ਕਰਦੇ ਹਾਂ। ਠੀਕ ਹੈ ਜੀ। ਜਿਹੜੀ ਗੱਲ ਤੁਸੀਂ ਕੀਤੀ ਮੈਂ ਉਹਨੂੰ ਦੂਜੇ ਸ਼ਬਦਾਂ ਦੇ ਵਿੱਚ ਦੁਹਰਾ ਦਿੰਦਾ ਜੀ ਕਿ ਤੁਹਾਡੇ ਕੋਲ ਜੀ 2 ਬੈਲਟ ਪੇਪਰ ਹੋਣਗੇ। ਬਿਲਕੁਲ ਜੀ। ਪਹਿਲਾ ਬੈਲਟ ਪੇਪਰ ਜਿਹੜਾ ਹੈ ਉਹ ਹੈਗਾ ਜੀ ਮਿਊਨਿਸਪਲ ਐਂਡ ਸਕੂਲ ਬੋਰਡ ਟਰਸਟੀ ਬੈਲਟ, ਜਿਹਦੇ ਵਿੱਚ ਸਿਰਫ ਤੁਸੀਂ ਇੱਕ ਮੇਅਰ ਦੀ ਚੋਣ ਕਰਨੀ ਹੈ। ਬਿਲਕੁਲ ਜੀ। ਇੱਕ ਵੱਖ-ਵੱਖ ਵਾਰਡ ਜਿਹੜੀਆਂ ਨੇ 12 ਕੌਂਸਲਰ ਹੋਣਗੇ, ਹਾਂਜੀ, ਤੇ ਸਕੂਲ ਬੋਰਡ ਟਰਸਟੀ ਕੈਥੋਲਿਕ 7 ਨੇ। ਬਿਲਕੁਲ। ਪਬਲਿਕ ਬੋਰਡ ਜਿਹੜੇ ਹੈਗੇ ਆ ਉਹ 9 ਨੇ। ਸੋ ਤੁਸੀਂ ਸਿਲੈਕਟ ਕਰਨਾ ਵਾ ਕਿ ਕਿਹੜਾ ਬੈਲਟ ਪੇਪਰ ਤੁਹਾਨੂੰ ਮਿਲਣਾ ਚਾਹੀਦਾ ਪਹਿਲੇ ਚੋਂ। ਬਿਲਕੁਲ ਜੀ। ਉਸ ਤੋਂ ਬਾਅਦ ਦੂਸਰਾ ਹੈਗਾ ਜੀ ਕੰਬਾਈਨਡ ਪ੍ਰੋਵਿੰਸ਼ੀਅਲ ਬੈਲਟ, ਜਿਹਦੇ ਵਿੱਚ ਤੁਸੀਂ ਸੈਨੇਟ ਦੇ ਮੈਂਬਰਾਂ ਦੀ ਚੋਣ ਕਰਨੀ ਤੇ ਰੈਫਰੈਂਡਮ ਚੋਣ ਕਰਨੀ ਹੈ। ਬਿਲਕੁਲ। ਸੋ ਇਸ ਤੋਂ ਇਲਾਵਾ ਹੋਰ ਦੱਸ ਦਈਏ ਜੀ ਕਿ ਇਹ ਜਿਹੜੇ ਕਾਉਂਸਲਰ ਦੇ ਇਲੈਕਸ਼ਨ ਹੋ ਰਹੇ ਨੇ, ਹਾਂਜੀ, ਮੇਅਰ ਦੇ ਲਈ ਤੇ 10 ਉਮੀਦਵਾਰ ਨੇ ਚੋਣ ਮੈਦਾਨ 'ਚ। ਬਿਲਕੁਲ। ਕਾਉਂਸਲਰ ਦੇ ਲਈ ਸਾਰੇ ਹੀ
ਐਡਮਿੰਟਨ ਦੇ ਵਿੱਚੋਂ 73 ਉਮੀਦਵਾਰ ਨੇ। ਬਿਲਕੁਲ, ਉਹ ਕਿਉਂਕਿ ਜਿਹੜਾ ਉਹ ਬੈਲਟ ਪੇਪਰ ਹੈ ਉਹ ਹਰ ਇੱਕ ਵਾਰਡ ਦਾ ਵੱਖਰਾ ਬੈਲਟ ਪੇਪਰ ਹੈ, ਕਿਉਂਕਿ ਹਰ ਕੌਂਸਲ ਦੇ ਕੈਂਡੀਡੇਟ ਦੇ ਉਹਨਾਂ ਤੇ ਨਾਂ ਨੇ, ਆਪਣੇ ਜਿਹੜਾ ਵਾਰਡ ਹੈ ਉਹਦੇ ਵਿੱਚ ਜਿਹੜੇ ਕੌਂਸਲਰ ਖੜੇ ਨੇ, ਇਸੇ ਤਰ੍ਹਾਂ ਸਕੂਲ ਟਰਸਟੀ ਹੈ, ਮੇਅਰ ਵਾਲੀ। ਕਿਉਂਕਿ ਅਗਰ ਤੁਸੀਂ ਉਸ ਬੈਲਟ ਪੇਪਰ ਨੂੰ ਦੇਖਦੇ ਹੋ ਨਾ ਤਾਂ ਉਹਦੇ ਬਿਲਕੁਲ ਖੱਬੇ ਪਾਸੇ ਜਿਹੜੀ ਪਹਿਲੀ ਲਿਸਟ ਹੈ ਉਹਦੇ ਵਿੱਚ ਮੇਅਰ ਦੇ ਕੈਂਡੀਡੇਟ ਨੇ ਸਾਰੇ। ਜਿਹੜੀ ਫਿਰ ਦੂਜੀ ਲਿਸਟ ਹੈ ਉਹ ਮੇਰੇ ਖਿਆਲ ਉਹ ਫਿਰ ਹਰ ਵਾਰਡ ਦੀ ਵੱਖਰੀ ਹੋਵੇਗੀ। ਸੋ ਕਹਿਣ ਦਾ ਮਤਲਬ ਵੀ ਇੱਕ ਮੇਅਰ ਦਾ ਹੋ ਗਿਆ, ਇੱਕ ਕਾਉਂਸਲਰ ਦਾ ਹੋ ਗਿਆ ਤੇ ਇੱਕ ਸਕੂਲ ਬੋਰਡ, ਇੱਕ ਸਕੂਲ ਟਰਸਟੀ। ਸੋ ਤੁਸੀਂ 3 ਵੋਟਾਂ ਸਾਈਮਲਟੇਨੀਅਸਲੀ ਇੱਕ ਬੈਲਟ 3 ਹਾਂਜੀ 3 ਤੁਹਾਨੂੰ ਜਿਹੜੇ ਨੇ ਕਾਲਮ ਮਿਲਣਗੇ, 3 ਕਾਲਮ। ਹਾਂਜੀ, ਪਹਿਲੇ ਕਾਲਮ ਦੇ ਵਿੱਚ ਲੰਬੀ ਲਿਸਟ ਹੈ ਜਿਹਦੇ ਵਿੱਚ ਜਿਹੜੇ ਸਾਰੇ ਮੇਅਰ ਦੇ ਕੈਂਡੀਡੇਟ ਨੇ ਉਹਨਾਂ ਦੇ ਨਾਮ ਨੇ। ਦੂਜੇ ਕਾਲਮ ਵਿੱਚ ਲੰਬੀ ਲਿਸਟ ਹੈ, ਉਹਦੇ ਵਿੱਚ ਜਿਹੜੇ ਤੁਹਾਡੇ ਕਾਉਂਸਲਰ ਨੇ ਉਹਨਾਂ ਦੇ ਨਾਮ ਨੇ, ਤੁਹਾਡੇ ਵਾਰਡ ਦੇ, ਤੇ ਇਸੇ ਤਰ੍ਹਾਂ ਸਕੂਲ ਟਰਸਟੀ ਨੇ। ਤੇ ਜਿਹੜੀ ਵੋਟ ਪਾਉਣੀ ਆ ਉਹਦੇ ਵਿੱਚ ਵੋਟ ਪਾਉਣ ਦਾ ਤਰੀਕਾ ਕੀ ਆ? ਤੁਸੀਂ ਕ੍ਰਾਸ ਲਗਾਉਣੀ ਆ ਜਾਂ ਟਿਕ ਮਾਰਕ ਲਾਉਣੀ ਆ ਜਾਂ ਉਹਦੇ ਉੱਪਰ ਕੋਈ ਸਿਗਨੇਚਰ ਕਰਨਾ, ਕਿਵੇਂ ਤੁਸੀਂ ਵੋਟ ਪਾਉਣੀ? ਨਹੀਂ ਜੀ, ਵੈਸੇ ਹਾਂ ਇਹ ਕਿਉਂਕਿ ਜਿਹੜੇ ਤੁਹਾਨੂੰ 2 ਬੈਲਟ ਪੇਪਰ ਦਿੰਦੇ ਨੇ, ਮੇਰੇ ਖਿਆਲ ਕੋਵਿਡ ਦੀ ਰਿਸਟ੍ਰਿਕਸ਼ਨ ਜਿਹੜੀ ਆ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਛੋਟਾ ਜਿਹਾ ਫਲੈਪ ਹੈ, ਉਹ ਫਲੈਪ ਦੇ ਵਿੱਚ ਪਾ ਕੇ ਤੁਹਾਨੂੰ ਬੈਲਟ ਪੇਪਰ ਦਿੰਦੇ ਨੇ। ਪਹਿਲੀ ਤਾਂ ਗੱਲ ਇਹ ਹੈ, ਤੁਸੀਂ ਉਹ ਫਲੈਪ ਦੇ ਵਿੱਚੋਂ ਪੇਪਰ ਕੱਢਣਾ ਤੇ ਤੁਹਾਨੂੰ ਉਹ ਪੈਨ ਦੇ ਦਿੰਦੇ ਨੇ। ਪੈਨ ਦੇ ਉੱਤੇ ਨਾ ਤੇ ਉਹ ਤੇ ਤੁਸੀਂ ਕ੍ਰਾਸ ਕਰਨਾ ਜੀ, ਨਾ ਚੈੱਕ ਕਰਨਾ, ਉੱਤੇ ਪਿਕਚਰ ਬਣੀ ਹੋਈ ਹੈ। ਤੁਸੀਂ ਉਹ ਹਰ ਇੱਕ ਜਿਹੜਾ ਕੈਂਡੀਡੇਟ ਹੈ ਉਹਦੇ ਸਾਹਮਣੇ ਇੱਕ ਗੋਲ ਥੋੜਾ ਜਿਹਾ ਜਿਹੜਾ ਸਰਕਲ ਬਣਿਆ ਹੋਇਆ, ਤੁਸੀਂ ਉਸ ਸਰਕਲ ਨੂੰ ਤਕਰੀਬਨ ਕਲਰ ਕਰਨਾ ਹੈ। ਅੱਛਾ ਜੀ। ਹਾਂਜੀ, ਉਹ ਜਿਹੜੀ ਤੁਹਾਡੇ ਪੈਨ ਦੇ ਨਾਲ ਤੁਸੀਂ ਉਹਨੂੰ ਗੂੜਾ ਕਰ ਦੇਣਾ ਸਰਕਲ ਨੂੰ, ਕਿਉਂਕਿ ਉਹ ਸਰਕਲ ਖਾਲੀ ਹੈ ਤੇ ਤੁਸੀਂ ਵਿੱਚੋਂ ਉਹਨੂੰ ਭਰ ਦੇਣਾ। ਬਸ ਇਹ ਤੁਸੀਂ ਕਰ, ਦੈਟ ਮੀਨਸ ਕਿ ਤੁਸੀਂ ਉਸ ਬੰਦੇ ਦੈਟ ਮੀਨਸ ਕਿ ਤੁਸੀਂ ਉਹ ਜਿਸ ਵੀ ਬੰਦੇ ਨੂੰ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ, ਵੋਟ ਕਰਨਾ ਚਾਹੁੰਦੇ ਹੋ, ਉਹਦਾ ਤੁਸੀਂ ਸਰਕਲ ਉਹਦੇ ਅੱਗੇ ਤੁਸੀਂ ਜਿਹੜਾ ਸੋ ਕੁੱਲ ਮਿਲਾ ਕੇ ਤੁਸੀਂ 3 ਸਰਕਲ ਜਿਹੜੇ ਪਹਿਲੇ ਬੈਲਟ ਪੇਪਰ ਦੇ ਵਿੱਚ 3 ਪਹਿਲੇ ਦੇ ਵਿੱਚ ਕਰਨੇ ਨੇ ਜੀ, ਤੇ ਜਿਹੜੇ ਦੂਜੇ ਰੈਫਰੈਂਡਮ ਨੇ ਉਹਦੇ ਵਿੱਚ ਤੁਸੀਂ ਸਿਰਫ ਯੈਸ ਤੇ ਨੋ ਕਰਨਾ ਹੈ, ਜਾਂ ਤੁਸੀਂ ਯੈਸ ਕਰਨਾ ਚਾਹੁੰਦੇ ਹੋ ਜਾਂ ਨੋ ਕਰਨਾ ਚਾਹੁੰਦੇ ਹੋ। ਤੇ ਜਿਹੜਾ ਫਿਰ ਹੈ ਜੀ ਆਪਣੇ ਸੈਨੇਟ ਦੇ ਮੈਂਬਰ, ਉਹ ਮੈਂ ਤੁਹਾਨੂੰ ਦੱਸਿਆ ਕਿ ਸ਼ਾਇਦ ਤੁਸੀਂ ਦੱਸਿਆ 12 ਕੈਂਡੀਡੇਟ ਨੇ ਜੀ, ਜਿਹੜੇ ਸੈਨੇਟਰ 13 ਨੇ ਜੀ ਇਲੈਕਸ਼ਨ ਦੇ ਵਿੱਚ, ਉਹਨਾਂ ਵਿੱਚੋਂ 3 ਪਿਕ ਚੁਣੇ ਜਾਣੇ ਨੇ। ਹਾਂਜੀ, 3 ਚੁਣੇ ਜਾਣ। ਚੁਣੇ ਜਾਣ ਦਾ ਮੈਂ ਥੋੜੀ ਜਿਹੜੀ ਪ੍ਰਕਿਰਿਆ ਪ੍ਰੋਸੀਜਰ ਐਕਸਪਲੇਨ ਕਰ ਦਿਓ ਜੀ। ਠੀਕ ਹੈ ਜੀ। ਹਾਂ, ਮੈਨੂੰ ਹਾਂਜੀ ਉਹ ਇਸ ਤਰ੍ਹਾਂ ਹੈ ਕਿ ਇਹ ਇੱਕ ਅਲਬਰਟਾ ਸਰਕਾਰ ਨੇ ਮੌਕਾ ਦਿੱਤਾ ਕਿ ਤੁਸੀਂ ਸਾਨੂੰ ਰੈਫਰ ਕਰੋ। ਇਹਦਾ ਮਤਲਬ ਇਹ ਨਹੀਂ ਕਿ ਅਗਰ ਇਹ ਰੈਫਰ ਹੋਏ ਤੇ ਅਲਬਰਟਾ ਸਰਕਾਰ ਤੇ ਕੋਈ ਪਾਬੰਦੀ ਨਹੀਂ ਹੈ ਕਿ ਉਹਨਾਂ ਦੇ ਨਾਮ ਹੀ ਅੱਗੇ ਭੇਜਣ, ਉਹ ਚੇਂਜ ਵੀ ਕਰ ਸਕਦੇ ਨੇ, ਲੇਕਿਨ ਇਹ ਸੁਜੈਸ਼ਨ ਲਈ ਗਈ ਹੈ। ਇਸੇ ਤਰ੍ਹਾਂ ਜਿਹੜੇ ਰੈਫਰੈਂਡਮ ਨੇ, ਰੈਫਰੈਂਡਮ ਦੇ ਬਾਰੇ ਮੈਂ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਜਿਹੜਾ ਡੇ ਲਾਈਟ ਸੇਵਿੰਗ ਦਾ ਹੈ, ਉਹਦੇ ਵਿੱਚ ਪਹਿਲੀ ਤਾਂ ਗੱਲ ਇਹ ਹੈ ਕਿ ਅਗਰ ਬਹੁ ਗਿਣਤੀ ਯੈਸ ਕਹਿੰਦੀ ਹੈ ਕਿ ਅਸੀਂ ਹੁਣ ਟਾਈਮ ਨਹੀਂ ਚੇਂਜ ਕਰਨੇ, ਵੀ ਸਾਰਾ ਸਾਲ ਇੱਕੋ ਟਾਈਮ ਰਹੇਗਾ, ਸਾਰਾ ਸਾਲ ਇੱਕੋ ਟਾਈਮ ਰਹੇਗਾ, ਉਹਦੇ ਬਾਵਜੂਦ ਵੀ ਜਿਹੜਾ ਹੁਣ ਕਿਉਂਕਿ ਜਿਹੜਾ ਆਪਣੇ ਜੀ ਨਵੰਬਰ ਦੇ ਪਹਿਲੇ ਐਤਵਾਰ ਨੂੰ ਹੁਣ ਟਾਈਮ ਚੇਂਜ ਹੋਣਾ ਹੈ ਆਪਣੇ ਥੋੜ੍ਹੇ ਹਫ਼ਤਿਆਂ ਨੂੰ, ਉਹ ਜ਼ਰੂਰ ਚੇਂਜ ਹੋਏਗਾ, ਭਾਵੇਂ ਯੈਸ ਵੀ ਹੋ ਜਾਏ। ਇਹ ਨਹੀਂ ਕਿ ਅੱਜ ਅਸੀਂ ਯੈਸ ਕਰਕੇ ਆ ਕੇ ਤੇ ਫਿਰ ਕਹੀਏ ਵੀ ਅਸੀਂ ਯੈਸ, ਸਮਾਂ ਤਾਂ ਲੱਗਦਾ ਜੀ, ਇੰਪਲੀਮੈਂਟ ਸਮਾਂ ਲੱਗਾ। ਇਸੇ ਤਰ੍ਹਾਂ ਜਿਹੜਾ ਅਗਲਾ ਮਾਰਚ ਵਾਲਾ ਉਹ ਵੀ ਹੋਣਾ ਹੈ। ਅੱਛਾ ਜੀ। ਹਾਂਜੀ, 2 ਹੋਣੇ ਨੇ। ਅਗਰ ਯੈਸ ਹੋ ਜਾਂਦਾ ਤਾਂ ਫਿਰ ਤੀਸਰੇ ਤੋਂ ਪਹਿਲਾਂ ਸਰਕਾਰ ਜਿਹੜੀ ਆ ਕੋਈ ਨਾ ਕੋਈ ਜਿਹੜਾ ਡਿਸੀਜ਼ਨ ਲਵੇਗੀ। ਸੋ ਇਹ ਪਹਿਲੀ ਗੱਲ ਹੈ ਜੀ। ਤੇ ਦੂਸਰਾ ਜਿਹੜਾ ਰੈਫਰੈਂਡਮ ਹੈ ਜੀ, ਉਹ ਰੈਫਰੈਂਡਮ ਜਿਹੜਾ ਹੈ ਕਿਉਂਕਿ ਕੈਨੇਡੀਅਨ ਕਨਸਟੀਟਿਊਸ਼ਨ ਹੈ ਜਿਹਦੇ ਵਿੱਚ ਲਾਅ ਹੈ ਇਕੁਅਲਾਈਜੇਸ਼ਨ ਦਾ। ਬਿਲਕੁਲ, ਜਿਹਦੇ ਵਿੱਚ ਇਹ ਹੈ ਕਿ ਕਿਉਂਕਿ ਦੇਖੋ ਫੈਡਰਲ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਜਿਸ ਤਰ੍ਹਾਂ ਢਾਂਚਾ ਚੱਲਦਾ ਹੈ ਕਿ ਉਹ ਵੱਖ-ਵੱਖ ਤਰੀਕੇ ਦੇ ਨਾਲ ਹਰ ਇੱਕ ਪ੍ਰੋਵਿੰਸ ਵਿੱਚੋਂ ਜਿਹੜੇ ਟੈਕਸ ਇਕੱਤਰ ਕਰਦੀਆਂ ਨੇ, ਤੇ ਟੈਕਸ ਇਕੱਤਰ ਕਰਕੇ ਫਿਰ ਸਮੇਂ-ਸਮੇਂ ਸਿਰ ਲੋੜਵੰਦ ਜਿਹੜੇ ਪ੍ਰੋਵਿੰਸ ਨੇ ਉਹਨਾਂ ਦੀ ਮਦਦ ਵੀ ਕਰਦੀਆਂ ਨੇ। ਅਲਬਰਟਾ ਸਰਕਾਰ ਜਿਹੜੀ ਹੈ, ਖਾਸ ਕਰਕੇ ਮੌਜੂਦਾ ਜਿਹੜੀ ਸਰਕਾਰ ਹੈ, ਇਹ ਹੁਣ ਨਹੀਂ, ਇਹ ਪਹਿਲਾਂ ਵੀ ਇਹ ਗੱਲ ਉੱਠਦੀ ਰਹੀ ਹੈ ਕਿ ਅਸੀਂ ਫੈਡਰਲ ਪੂਲ ਦੇ ਵਿੱਚ ਵੱਧ ਸਾਡਾ ਪੈਸਾ ਜਾਂਦਾ, ਸਾਨੂੰ ਟੈਕਸ ਵਧੇਰੇ ਲੱਗਦਾ, ਲੇਕਿਨ ਕੁਝ ਪ੍ਰੋਵਿੰਸ ਅਜਿਹੇ ਨੇ ਜਿਹੜੇ ਟੈਕਸ ਘੱਟ ਦਿੰਦੇ ਨੇ ਲੇਕਿਨ ਉਹਨਾਂ ਨੂੰ ਬੈਨੀਫਿਟ ਬਹੁਤ ਹੁੰਦਾ ਹੈ। ਵਾਪਸ ਜਿਹੜੀਆਂ ਗ੍ਰਾਂਟਸ ਮਿਲਦੀਆਂ ਨੇ, ਕਿਉਂਕਿ ਉਹ ਗ੍ਰਾਂਟਸ ਨੂੰ ਕੈਲਕੂਲੇਟ ਕਰਨ ਦਾ ਇੱਕ ਫਾਰਮੂਲਾ ਹੈ, ਉਹ ਇੱਕ ਲੰਬਾ ਚੌੜਾ ਫਾਰਮੂਲਾ ਹੈ। ਇਹ ਨਹੀਂ ਕਹਿੰਦੇ ਕਿ ਫਾਰਮੂਲਾ ਚੇਂਜ ਕਰੋ, ਇਹ ਕਹਿੰਦੇ ਨੇ ਜੀ ਕਿ ਇਹ ਤਰੀਕਾ ਗਲਤ ਹੈ, ਤੁਸੀਂ ਇਹ ਤਰੀਕਾ ਬੰਦ ਕਰੋ। ਲੇਕਿਨ ਉਹਦੇ ਵਿੱਚ ਵੀ ਮੈਂ ਇਹ ਦੱਸ ਦਿਆਂ, ਕਿਉਂਕਿ ਇਹ ਫੈਡਰਲ ਕਨਸਟੀਟਿਊਸ਼ਨ ਹੈ, ਅਲਬਰਟਾ ਸਰਕਾਰ ਦੇ ਕੋਲ ਸਿਰਫ ਰੈਫਰੈਂਡਮ ਕਰਾਉਣ ਦੀ ਇੱਕ ਜਿਹੜੀ ਆ ਮੱਦ ਹੈ, ਉਹਦੇ ਬੇਸ ਤੇ ਰੈਫਰੈਂਡਮ ਕਰਾ ਸਕਦੇ ਨੇ। ਇਸ ਰੈਫਰੈਂਡਮ ਦੇ ਵਿੱਚ ਅਗਰ ਇਹ ਕਾਮਯਾਬ ਵੀ ਹੁੰਦੇ ਨੇ, ਅਗਰ ਬਹੁ ਗਿਣਤੀ ਦੇ ਵਿੱਚ ਅਲਬਰਟਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਇਹ ਸਾਨੂੰ ਕਰੋ, ਤੇ ਫਿਰ ਇਹ ਦੂਜੇ ਪ੍ਰੋਵਿੰਸ ਦੇ ਨਾਲ ਸਲਾਹ ਕਰਕੇ ਫੈਡਰਲ ਗਵਰਨਮੈਂਟ ਦੇ ਉਹਨਾਂ ਲਈ ਇੱਕ ਕੇਸ ਤਿਆਰ ਕਰ ਸਕਦੇ ਨੇ ਕਿ ਇਸ ਤੇ ਜੀ ਦੁਬਾਰਾ ਵਿਚਾਰ ਕਰੋ ਜੀ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹੁਣ ਯੈਸ ਕਰ ਦਈਏ ਤੇ ਇਹ ਕਾਨੂੰਨ ਜਿਹੜਾ ਡਨ ਹੋ ਜਾਏਗਾ। ਸੋ ਇਹ ਇੱਕ ਸਟੈਪਿੰਗ ਸਟੋਨ ਹੈ ਜੀ। ਤੇ ਇਹਦੇ ਬਾਰੇ ਦੱਸ ਦਈਏ ਜੀ ਥੋੜਾ ਜਿਹਾ ਕਿ ਇਹ ਜਿਹੜਾ ਰੈਫਰੈਂਡਮ ਹੈਗਾ ਵਾ, ਇਹ ਜਿਹੜਾ ਕਨਸਟੀਟਿਊਸ਼ਨ ਐਕਟ ਹੈਗਾ 1982 ਦਾ, ਹਾਂਜੀ, ਉਹਦਾ ਸੈਕਸ਼ਨ
36 ਕਲੌਜ਼ 2 ਦੇ ਤਹਿਤ ਹੋਣਾ ਵਾ ਔਰ ਇਹਦੇ ਵਿੱਚ ਤੁਸੀਂ ਆਪਣੀ ਯੈਸ ਜਾਂ ਨੋ ਜਿਹੜੀ ਆ ਉਹ ਮਾਰਕ ਕਰਨੀ ਆ। ਇਸੇ ਤਰ੍ਹਾਂ ਜਿਹੜਾ ਡੇ ਟਾਈਮ ਸੇਵਿੰਗ ਵਾਲਾ ਵਾ ਉਹਦੇ ਵਿੱਚ ਵੀ ਤੁਸੀਂ ਆਪਣੀ ਜਿਹੜੀ ਚੋਇਸ ਹੈਗੀ ਆ ਯੈਸ ਔਰ ਨੋ ਇਹਦੇ ਵਿੱਚ ਮੈਂ ਵੈਸੇ ਥੋੜੀ ਜਿਹੀ ਬੈਕਗ੍ਰਾਉਂਡ ਇਹਦੀ ਵੈਸੇ ਕਿਉਂਕਿ ਇਹ ਵੋਟਿੰਗ ਦਾ ਮੁੱਦਾ ਹੈ, ਇਹਦੇ ਵਿੱਚ ਸੁਜੈਸ਼ਨ ਦੇਣ ਦੀ ਗੱਲ ਨਹੀਂ ਹੈ, ਲੇਕਿਨ ਵੱਖ-ਵੱਖ ਮੀਡੀਆ ਸਰੋਤਾਂ ਵੱਲੋਂ ਜਾਂ ਵੱਖ-ਵੱਖ ਜਿਹੜੇ ਸਰੋਤ ਨੇ ਜਿਨ੍ਹਾਂ ਤੋਂ ਇਨਫੋਰਮੇਸ਼ਨ ਇਹ ਆ ਰਹੀ ਹੈ ਕਿ ਸ਼ਾਇਦ ਕਿਉਂਕਿ ਜੇਸਨ ਕੈਨੀ ਅਲਬਰਟਾ ਸਰਕਾਰ ਇਸ ਰੈਫਰੈਂਡਮ ਨੂੰ ਯੈਸ ਕਹਿਣ ਦੇ ਹੱਕ ਦੇ ਵਿੱਚ ਹੈ, ਬਿਲਕੁਲ, ਲੇਕਿਨ ਉਹ ਕਹਿੰਦੇ ਨੇ ਕਿ ਇਸ ਵੇਲੇ ਢੁਕਵਾਂ ਸਮਾਂ ਨਹੀਂ ਹੈ ਸ਼ਾਇਦ, ਕਿਉਂਕਿ ਕੋਵਿਡ ਦੇ ਦੌਰ ਦੇ ਵਿੱਚ ਜਿਹੜੀ ਅਲਬਰਟਾ ਨੂੰ ਗ੍ਰਾਂਟ ਮਿਲੀ ਹੈ, ਜਿਹੜੀ ਅਲਬਰਟਾ ਨੂੰ ਏਡ ਮਿਲੀ ਹੈ ਫੈਡਰਲ, ਉਹ ਤਕਰੀਬਨ ਸਾਰੇ ਪ੍ਰੋਵਿੰਸ ਦੇ ਮੁਕਾਬਲੇ ਵੱਧ ਪਰਸੈਂਟੇਜ ਪਰ ਕੈਪੀਟਾ ਪਰ ਪਰਸਨ ਜਿਹੜੀ ਹੈ ਉਹ ਵੱਧ ਮਿਲੀ ਹੈ। ਅੱਛਾ ਜੀ, ਹਾਂਜੀ। ਸੋ ਇਹ ਵੀ ਕਹਿੰਦੇ ਨੇ ਕਿ ਹੁਣ ਜਿਹੜਾ ਸਟਿਲ ਐਜ਼ ਔਨ ਡੇਟ ਜਿਹੜੀ ਕੋਵਿਡ, ਕਿਉਂਕਿ ਖਾਸ ਕਰ ਅਸੀਂ ਜਾਣਦੇ ਹਾਂ ਕਿ ਅਲਬਰਟਾ ਦੇ ਵਿੱਚ ਕੋਵਿਡ ਦੀ ਸਿਚੁਏਸ਼ਨ ਕਾਫੀ ਖਰਾਬ ਹੈ, ਅਤੇ ਉਹਦੇ ਮੱਦੇਨਜ਼ਰ ਹੁਣ ਵੀ ਜਿਹੜੀ ਅਲਬਰਟਾ ਨੂੰ ਮਦਦ ਮਿਲ ਰਹੀ ਹੈ ਉਹ ਉਸੇ ਬੇਸ 'ਤੇ ਮਿਲ ਰਹੀ ਹੈ ਜਿਸ ਐਕਟ ਨੂੰ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਇਹਦੀ ਲੋੜ ਨਹੀਂ। ਸੋ ਇਹ ਇੱਕ ਕਿਸਮ ਦਾ ਥੋੜੀ ਜਿਹੀ ਵੱਖਰੀ ਸਿਚੁਏਸ਼ਨ ਹੈ। ਮੈਂ ਤੁਹਾਡੀ ਗੱਲ 'ਚ ਥੋੜੀ ਜਿਹੀ ਗੱਲ ਐਡ ਕਰ ਦੇਵਾਂ, ਹਾਂਜੀ, ਕਿ ਤੁਸੀਂ ਜ਼ਿਕਰ ਕੀਤਾ ਵੀ ਇਸ ਵੇਲੇ ਸਾਰੇ ਸੂਬੇ ਨਾਲੋਂ ਵੱਧ ਜਿਹੜੀ ਹੈਲਪ ਆ, ਫਾਈਨੈਂਸ਼ੀਅਲ ਹੈਲਪ ਜਿਹੜੀ ਫੈਡਰਲ ਗਵਰਨਮੈਂਟ ਵੱਲੋਂ ਅਲਬਰਟਾ ਸਰਕਾਰ ਨੂੰ ਮਿਲ ਰਹੀ ਹੈ। ਬਿਲਕੁਲ ਜੀ, ਪਿਛਲੇ ਕੋਵਿਡ ਦੇ ਦੌਰ ਦੇ ਵਿੱਚ। ਪਰ ਮੈਨੂੰ ਲੱਗਦਾ ਜੋ ਮੈਂ ਡਾਟਾ ਵਗੈਰਾ ਪੜ੍ਹਿਆ ਹੋਇਆ ਵਾ ਕਿ ਅਲਬਰਟਾ ਸਰਕਾਰ ਉਹ ਪੂਰੀ ਗ੍ਰਾਂਟ ਨੂੰ ਖਰਚਣ ਦੇ ਵਿੱਚ ਅਸਮਰੱਥ ਰਹੀ ਹੈ ਕੁਝ ਮੁੱਦਿਆਂ ਨੂੰ ਲੈ ਕੇ। ਅੱਛਾ ਜੀ, ਜਿਵੇਂ ਜਿਹੜਾ ਇਹਨਾਂ ਨੂੰ $1200 ਪਰ ਜਿਹੜਾ EMPLOYEE ਜਿਨ੍ਹਾਂ ਨੇ ਕੰਮ ਕੀਤਾ ਉਹਨੂੰ ਰਿਵਾਰਡ ਦਿੱਤਾ, ਉਹ ਪੈਸੇ ਕਿੰਨਾ ਚਿਰ ਵਰਤੇ ਹੀ ਨਹੀਂ ਗਏ। ਇਸੇ ਤਰ੍ਹਾਂ ਕਈ ਹੋਰ ਇਹਨਾਂ ਨੂੰ ਗ੍ਰਾਂਟਸ ਆਈਆਂ ਨੇ ਜਿਨ੍ਹਾਂ ਨੂੰ ਪ੍ਰੋਪਰਲੀ ਇਹ ਯੂਜ਼ ਹੀ ਨਹੀਂ ਕਰ ਪਾਏ, ਅਜੇ ਵੀ ਪੈਂਡਿੰਗ ਖੜੀਆਂ ਨੇ। ਠੀਕ ਹੈ ਜੀ। ਸੋ ਆਪਾਂ ਗ੍ਰਾਂਟਸ ਦੀ ਮੰਗ ਤਾਂ ਕਰੀ ਜਾਂਦੇ ਆ, ਬਿਲਕੁਲ, ਪਰ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਸਹੀ ਜਿਹੜੇ ਲੋਕ ਨੇ ਉਹਨਾਂ ਤੱਕ ਪਹੁੰਚਾਉਣ ਦੇ ਵਿੱਚ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਬਿਲਕੁਲ ਜੀ। ਸੋ ਮੈਂ ਤਾਂ ਇਹੀ ਰਿਕੁਐਸਟ ਕਰਦਾ ਕਿ ਜਿਹੜੇ ਸਾਡੇ ਆਪਣੇ ਵਿਊਅਰ ਨੇ ਕਿ ਤੁਸੀਂ ਇਹ ਜਿਹੜੀ ਰੈਫਰੈਂਡਮ ਦੀ ਇਹ ਮੱਦ ਹੈ ਖਾਸ ਕਰਕੇ, ਇਹਦੇ 'ਤੇ ਤੁਸੀਂ ਆਪਣੀ ਸਟੱਡੀ ਕਰੋ, ਇਹਦੇ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰੋ, ਫਿਰ ਇਸ 'ਤੇ ਜੋ ਵੀ ਤੁਹਾਡਾ ਡਿਸੀਜ਼ਨ ਹੈ ਉਹ ਤੁਸੀਂ ਲਓ। ਇਹ ਗੱਲ ਤੁਸੀਂ ਬਹੁਤ ਵਧੀਆ ਕਹੀ ਆ। ਮੈਂ ਕਹਿੰਦਾ ਵੀ ਨਾ ਸਿਰਫ ਇਸ ਮੁੱਦੇ ਤੇ ਸਟੱਡੀ ਕੀਤੀ ਜਾਵੇ, ਹਾਂਜੀ, ਦੂਜੇ ਰੈਫਰੈਂਡਮ ਤੇ ਵੀ ਸਟੱਡੀ ਕੀਤੀ ਜਾਵੇ। ਬਿਲਕੁਲ ਜੀ। ਸੈਨੇਟ ਦੇ ਵਿੱਚ ਜਿਹੜੇ ਮੈਂਬਰ ਖੜੇ ਹੋਏ ਨੇ, ਹਾਂਜੀ, ਉਹਨਾਂ ਦੀ ਵੀ ਸਟੱਡੀ ਕੀਤੀ ਜਾਵੇ। ਹਾਂਜੀ, ਜਿਹੜੇ ਮੇਅਰ ਦੇ ਕੈਂਡੀਡੇਟ ਨੇ, ਕਾਉਂਸਲਰ ਦੇ ਕੈਂਡੀਡੇਟ ਨੇ, ਸਕੂਲ ਬੋਰਡ ਟਰਸਟੀ ਦੇ ਨੁਮਾਇੰਦੇ ਖੜੇ ਹੋਏ ਨੇ, ਉਮੀਦਵਾਰ ਨੇ, ਉਹਨਾਂ ਦੇ ਬਾਰੇ ਵੀ ਸਟੱਡੀ ਕੀਤੀ ਜਾਵੇ, ਰਿਸਰਚ ਕੀਤੀ ਜਾਵੇ। ਬੰਦਾ ਕੌਣ ਹੈ, ਉਹਦੀ ਕੁਆਲੀਫਿਕੇਸ਼ਨ ਕੀ ਆ, ਉਹਦਾ ਐਕਸਪੀਰੀਅੰਸ ਕੀ ਹੈਗਾ, ਉਹਨੇ ਹੁਣ ਤੱਕ ਕਮਿਊਨਿਟੀ ਲਈ, ਸੁਸਾਇਟੀ ਲਈ ਕੀ ਕੀਤਾ, ਇਹ ਸਾਰੀਆਂ ਚੀਜ਼ਾਂ ਸਾਨੂੰ ਸਟੱਡੀ ਕਰਕੇ ਹੀ ਵੋਟ ਪਾਉਣਾ ਜਾਣਾ ਚਾਹੀਦਾ। ਹਾਂਜੀ, ਮੈਂ ਵੈਸੇ ਇੱਕ ਦੱਸਦਾ ਜੀ, ਜਿਹੜਾ ਪਹਿਲਾ ਰੈਫਰੈਂਡਮ ਹੈ ਜਿਹੜਾ ਡੇ ਲਾਈਟ ਸੇਵਿੰਗ ਦਾ, ਉਹਦੇ ਬਾਰੇ ਮੈਂ ਤਾਂ ਵੈਸੇ ਇਸ ਹੱਕ ਵਿੱਚ ਆ ਕਿ ਖਤਮ ਹੋ ਜਾਣਾ ਚਾਹੀਦਾ ਜੀ। ਠੀਕ ਹੈ ਜੀ। ਹਾਂਜੀ ਜੀ, ਚਲੋ ਜੀ, ਇੱਥੇ ਆਪਾਂ ਹੁਣ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਦਾ ਸਮਾਂ ਹੋ ਚੁੱਕਿਆ ਵਾ, ਤੇ ਉਸ ਤੋਂ ਬਾਅਦ ਕੁਝ ਹੋਰ ਮੁੱਦੇ ਨੇ ਇਸੇ ਇਲੈਕਸ਼ਨ ਪ੍ਰੋਸੀਜਰ ਨੂੰ ਲੈ ਕੇ ਤੁਹਾਡੇ ਨਾਲ ਫਿਰ ਗੱਲਬਾਤ ਨੂੰ ਜਾਰੀ ਰੱਖਦੇ ਹਾਂ ਜੀ। ਤੁਸੀਂ ਕਿਤੇ ਨਾ ਜਾਣਾ ਜੀ, ਦੇਖਦੇ ਰਹਿਣਾ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ। ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਆ ਸਰਦਾਰ ਗੁਰਿੰਦਰ ਸਿੰਘ ਹੀਰ ਜੀ ਹੋਣਾ ਨਾਲ। ਭਾਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਸਾਡੀ ਗੱਲਬਾਤ ਚੱਲ ਰਹੀ ਸੀਗੀ ਸੈਨੇਟ ਦੇ ਉੱਪਰ। ਹਾਂਜੀ, ਜਿਵੇਂ ਕਿ ਸਾਡੇ ਦਰਸ਼ਕ ਜਾਣਦੇ ਨੇ ਕਿ ਸੈਨੇਟ ਕੈਨੇਡਾ ਦੀ ਪਾਰਲੀਮੈਂਟ ਦਾ ਉੱਪਰਲਾ ਸਦਨ ਆ, ਅਪਰ ਹਾਊਸ ਕਹਿੰਦੇ ਨੇ। ਬਿਲਕੁਲ। ਲੋਅਰ ਹਾਊਸ ਜਿਹੜਾ ਹਾਊਸ ਆਫ ਕਾਮਨ ਆ, ਹਾਂਜੀ, ਅਪਰ ਹਾਊਸ ਸੈਨੇਟ ਆ। ਬਿਲਕੁਲ ਜੀ। ਇਹਦੇ 105 ਮੈਂਬਰ ਹੁੰਦੇ ਨੇ, ਔਰ ਇਹ ਲਗਭਗ ਸਾਰੀ ਉਮਰ ਲਈ 75 ਸਾਲ ਇਹਨਾਂ ਦੀ ਰਿਟਾਇਰਮੈਂਟ ਏਜ ਹੈ ਜੀ। ਆਲਮੋਸਟ ਲਾਈਫ ਟਾਈਮ ਮੈਂਬਰ। ਲਾਈਫ ਟਾਈਮ ਹੀ ਕਾਇੰਡ। ਬਿਲਕੁਲ ਜੀ। ਔਰ ਇਹਦੇ ਵਾਸਤੇ ਜਿਹੜੀਆਂ ਐਲੀਜੀਬਿਲਟੀਜ਼ ਰੱਖੀਆਂ ਗਈਆਂ ਨੇ ਉਹ 30 ਸਾਲ ਦਾ ਹੋਣਾ ਚਾਹੀਦਾ ਜੀ। ਠੀਕ ਹੈ। ਜਿਹੜਾ ਕੈਂਡੀਡੇਟ ਇਲੈਕਸ਼ਨ ਲੜਨਾ ਚਾਹੁੰਦਾ। ਦੂਜੀ ਗੱਲ, ਕੈਨੇਡਾ ਦਾ ਸਿਟੀਜ਼ਨ ਹੋਣਾ ਚਾਹੀਦਾ। ਤੀਜੀ ਗੱਲ, ਉਹ ਉਸੇ ਸੂਬੇ ਦੇ ਵਿੱਚ ਰਹਿੰਦਾ ਹੋਣਾ ਚਾਹੀਦਾ। ਫੋਰ ਐਗਜ਼ਾਮਪਲ, ਅਲਬਰਟਾ ਦੇ ਵਿੱਚ ਇਲੈਕਸ਼ਨ ਹੋ ਰਹੇ ਆ, 13 ਕੈਂਡੀਡੇਟ ਖੜੇ ਨੇ, ਸਾਰੇ ਦੇ ਸਾਰੇ ਅਲਬਰਟਾ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਨੇ। ਜਿਹੜਾ ਹਾਂਜੀ ਜਿਸ ਸੂਬੇ ਨੂੰ ਰਿਪਰੈਜ਼ੈਂਟ ਕਰਨਾ ਉਹਦਾ ਨਿਵਾਸੀ ਹੋਣਾ ਚਾਹੀਦਾ ਹੈ। ਬਿਲਕੁਲ। ਠੀਕ ਹੈ ਜੀ। ਤੇ ਹੁਣ ਗੱਲਬਾਤ ਇਹ ਕਰਦੇ ਆ ਕਿ ਜਿਹੜੀ ਇਹ ਇਲੈਕਸ਼ਨ ਹੋਣੀ ਆ, ਇਹ ਤੋਂ ਫੋਰ ਐਗਜ਼ਾਮਪਲ ਅਲਬਰਟਾ ਗਵਰਨਮੈਂਟ ਨੇ ਤੇ ਨੋਮੀਨੀ ਕਰਕੇ ਭੇਜਤੇ 3, ਹਾਂਜੀ, ਜਿਹੜੇ 13 ਚੋਂ ਵੱਧ ਵੋਟਾਂ ਲੈ ਜਾਣਗੇ। ਬਿਲਕੁਲ। ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਐਕਚੁਅਲ ਅਪਾਇੰਟਮੈਂਟ ਆ ਉਹ ਕਿਵੇਂ ਹੋਣੀ ਹੈ? ਦੇਖੋ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਆਪਣੇ ਸੂਬਾ ਸਰਕਾਰ ਵੱਲੋਂ, ਅਲਬਰਟਾ ਸਰਕਾਰ ਵੱਲੋਂ ਲਿਸਟ ਹੈ ਜਿਹਦੇ ਵਿੱਚ 13 ਕੈਂਡੀਡੇਟ ਨੇ, ਉਹਦੇ ਵਿੱਚੋਂ 3 ਦੇ ਨਾਮ ਦੇ ਉੱਪਰ ਜਿਹੜਾ ਆਮ ਪਬਲਿਕ ਨੇ ਪਿਕ ਕਰਨਾ ਹੈ। ਉਹਨਾਂ ਵਿੱਚੋਂ ਫਿਰ ਸਰਕਾਰ ਜਿਹੜੀ ਅਲਬਰਟਾ ਦੀ ਪ੍ਰੋਵਿੰਸ ਦੀ ਗਵਰਨਮੈਂਟ ਹੈ, ਉਹ ਜਿਹੜੇ ਤਿੰਨ ਉਹਨਾਂ ਨੂੰ ਠੀਕ ਲੱਗਣਗੇ, ਉਹਨਾਂ ਨੂੰ ਜਿਹੜਾ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਜਸਟਨ ਟਰੂਡੋ ਹੋਣੀ, ਮੌਜੂਦਾ ਪ੍ਰਧਾਨ ਮੰਤਰੀ ਨੇ, ਉਹਨਾਂ ਨੂੰ ਭੇਜਣਗੇ ਫੈਡਰਲ ਗਵਰਨਮੈਂਟ ਨੂੰ ਜੀ। ਤੇ ਫੈਡਰਲ ਗਵਰਨਮੈਂਟ ਫਿਰ ਅੱਗੇ ਜਿਹੜੇ ਆਪਣੇ ਕੈਨੇਡਾ ਦੇ ਗਵਰਨਰ ਜਨਰਲ ਨੇ ਉਹਨਾਂ ਨੂੰ ਭੇਜਣਗੇ, ਤੇ ਗਵਰਨਰ ਜਨਰਲ ਉਹਨਾਂ ਨੂੰ ਅਪੁਆਇੰਟ ਜਿਹੜੀ ਆ
ਉਹ ਕਰਨਗੇ। ਕਰਨਗੇ। ਸੋ ਇਹ ਹੈਗਾ ਜੀ ਸੋ ਪ੍ਰੋਸੀਜਰ, ਇਹ ਪ੍ਰੋਸੀਜਰ ਹੈ ਜੀ। ਬਿਲਕੁਲ। ਹਾਂਜੀ। ਤੇ ਹੁਣ ਗੱਲਬਾਤ ਕਰ ਲੈਂਦੇ ਆ ਜੀ ਕਿ ਇਹ ਜਿਹੜੀਆਂ ਚੋਣਾਂ ਹੋ ਰਹੀਆਂ, ਤੁਸੀਂ ਵੋਟ ਪਾ ਕੇ ਆਏ ਜੇ, ਬੈਲਟ ਪੇਪਰ ਦੇਖੇ ਆ, ਜਿਹੜੀਆਂ ਰੀਸੈਂਟਲੀ ਇਲੈਕਸ਼ਨ ਹੋ ਕੇ ਹਟੀਆਂ ਨਾ ਫੈਡਰਲ ਚੋਣਾਂ ਲਈ, ਹਾਂਜੀ, ਹਾਊਸ ਆਫ ਕਾਮਨ ਦੇ ਲਈ, ਉਹਦੇ ਵਿੱਚ ਥੋੜੀ ਜਿਹੀ ਫੀਡਬੈਕ ਆਈ ਆ ਵੀ ਕਈ ਜਿਹੜੇ ਵੋਟਰ ਨੇ ਉਹ ਗਲਤ ਤਰੀਕੇ ਨਾਲ ਵੋਟ ਪਾਏ ਨੇ। ਕਈ ਕੀ ਕਰਦੇ ਨੇ ਵੀ ਉੱਥੇ ਆਪਣੇ ਕੈਂਡੀਡੇਟ ਦਾ ਨਾਮ ਲਿਖ ਲਿਆਉਂਦੇ ਨੇ, ਕਈ ਉਹਦੀ ਪਾਰਟੀ ਦਾ ਨਾਮ ਲਿਖ ਆਉਂਦੇ ਨੇ, ਕਈ ਉੱਥੇ ਕਾਂਟਾ ਮਾਰ ਦਿੰਦੇ ਨੇ। ਸੋ ਕਹਿਣ ਦਾ ਮਤਲਬ ਕਿ ਇਹਨਾਂ ਤਰੀਕਿਆਂ ਦੇ ਨਾਲ ਜਿਹੜੀ ਉਹਨਾਂ ਦੀ ਵੋਟ ਹੈ ਨਾ ਉਹ ਇਨਵੈਲਿਡ ਹੋ ਜਾਂਦੀ ਹੈ। ਬਿਲਕੁਲ ਜੀ, ਉਹ ਗਿਣੀ ਨਹੀਂ ਜਾਂਦੀ ਫਿਰ। ਹਾਂਜੀ ਹਾਂਜੀ ਹਾਂਜੀ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਵਾ ਕਿ ਤੁਹਾਡਾ ਜਿਹੜਾ ਪਸੰਦੀਦਾ ਉਮੀਦਵਾਰ ਹੈ, ਚਾਹੇ ਉਹ ਮੇਅਰ ਦਾ ਹੈ, ਚਾਹੇ ਕਾਉਂਸਲ ਦਾ, ਔਰ ਚਾਹੇ ਉਹ ਸਕੂਲ ਬੋਰਡ ਟਰਸਟੀ ਦਾ, ਬਿਲਕੁਲ ਜੀ, ਉਹਦੇ ਸਾਹਮਣੇ ਜਿਵੇਂ ਭਾਜੀ ਨੇ ਦੱਸਿਆ ਵੀ ਗੋਲਾ ਵਾ, ਉਹਨੂੰ ਗੋਲੇ ਨੂੰ ਐਗਜ਼ੈਕਟਲੀ ਤੁਸੀਂ ਭਰ ਦੇਣਾ, ਫਿਲ ਕਰ ਦੇਣਾ। ਹਾਂਜੀ, ਉਹ ਪੈਨ ਦੇ ਨਾਲ ਤੁਹਾਡੀ ਵੋਟ ਪਾਉਣ ਦਾ ਸਹੀ ਤਰੀਕਾ ਹੈਗਾ, ਉਹ ਸਹੀ ਤਰੀਕਾ ਹੈ ਜੀ, ਬਿਲਕੁਲ। ਸੋ ਹੁਣ ਮੈਨੂੰ ਇਹ ਦੱਸਿਓ ਕਿ ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ ਕਿ ਇਲੈਕਸ਼ਨ ਪ੍ਰੋਸੀਜਰ ਜਿਹੜਾ ਵਾ, ਇਹਦੇ ਵਿੱਚ ਚੋਣ ਪ੍ਰਚਾਰ ਜਿਹੜਾ ਉਹ ਬਹੁਤ ਅਹਿਮ ਹੁੰਦਾ। ਬਿਲਕੁਲ ਜੀ, ਬਿਨਾਂ ਸ਼ੱਕ ਵੱਖ-ਵੱਖ ਕੈਂਡੀਡੇਟ ਚੋਣ ਪ੍ਰਚਾਰ ਕਰ ਰਹੇ ਨੇ। ਹਾਂਜੀ, ਮੈਂ ਨਾ ਕੱਲ ਪਰਸੋਂ ਕਿਤੇ ਲੰਘਦਾ ਪਿਆ ਸੀਗਾ ਤੇ ਦੇਖਿਆ ਵੀ ਕੁਝ ਉਮੀਦਵਾਰਾਂ ਦੇ ਜਿਹੜੇ ਪੋਸਟਰ ਨੇ ਉਹਨਾਂ ਨਾਲ ਛੇੜਛਾੜ ਕੀਤੀ ਗਈ ਹੈ। ਉਹਦੇ ਉੱਪਰ ਕੋਈ ਬਲੈਕ ਕਲਰ ਦੀ ਜਿੱਦਾਂ ਸਪਰੇਅ ਕੀਤੀ ਗਈ ਹੁੰਦੀ ਹੈ। ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਐਕਸੈਪਟੇਬਲ ਨਹੀਂ ਹੈਗੀਆਂ। ਸੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਇਹ ਕਲਚਰ ਜਿਹੜਾ ਵਾ ਇਹ ਸਾਡਾ ਐਕਸੈਪਟੇਬਲ ਹੈਗਾ ਸਾਡੇ ਸਿਸਟਮ ਦੇ ਵਿੱਚ? ਦੇਖੋ ਜੀ, ਬਿਨਾਂ ਸ਼ੱਕ ਇਹ ਜਿਹੜੀ ਚੀਜ਼ ਹੈ ਇਹ ਗਲਤ ਹੈ, ਇਹਦੇ ਬਾਰੇ ਕੋਈ ਡਾਊਟ ਨਹੀਂ ਜੀ। ਲੇਕਿਨ ਮੈਨੂੰ ਲੱਗਦਾ ਕਿ ਵੱਖ-ਵੱਖ ਕਿਸਮ ਦੇ ਇਨਸਾਨ ਇਹ ਕੰਮ ਕਰ ਸਕਦੇ ਨੇ। ਬਿਲਕੁਲ। ਇੱਕ ਪੋਸਟਰ ਫਾਰ ਐਗਜ਼ਾਮਪਲ ਮੈਂ ਦੇਖ ਰਿਹਾ ਸੀ ਤੇ ਉਹ ਪਤਾ ਨਹੀਂ ਕੈਂਡੀਡੇਟ ਦੇ ਫੇਸ ਦੇ ਉੱਪਰ ਮੁੱਛਾਂ ਬਣਾਤੀਆਂ ਗਈਆਂ ਤੇ ਇਹ ਹੁਣ ਜਿਹੜਾ ਇਦਾਂ ਦਾ ਕਾਰਨਾਮਾ ਹੈ, ਹੋ ਸਕਦਾ ਕਿਸੇ ਨੇ ਸ਼ਰਾਰਤ ਵਜੋਂ ਕੀਤਾ ਹੋਵੇ ਜੀ। ਜਿਵੇਂ ਕਈ ਵਾਰੀ ਸ਼ਰਾਰਤ ਦੇ ਨਾਲ ਖਾਸ ਕਰਕੇ ਯੰਗਸਟਰ ਦਾ ਨਾਮ ਹੀ ਲਿਆ ਜਾਂਦਾ, ਲੇਕਿਨ ਹੋ ਸਕਦਾ ਮੈਂ ਕਿਸੇ ਬਾਰੇ ਕਿਸੇ ਦੇ ਏਜ ਫੈਕਟਰ ਦੇ ਵਿੱਚ ਇਹ ਗੱਲ, ਕਿਉਂਕਿ ਤੁਸੀਂ ਕਹਿ ਨਹੀਂ ਸਕਦੇ, ਨਾ ਹੀ ਕਹਿਣੀ ਬਣਦੀ ਹੈ, ਲੇਕਿਨ ਅਸੀਂ ਦੇਖਦੇ ਹਾਂ ਕਈ ਵਾਰੀ ਕਿ ਬੱਸ ਸਟਾਪ ਨੇ ਚੰਗੇ ਭਲੇ ਉਹ ਗਲਾਸ ਦੇ ਬਣਾਏ ਹੋਏ ਨੇ, ਉਹਨਾਂ ਨੂੰ ਖਾਮਖਾ ਤੋੜ ਦਿੱਤਾ ਜਾਂਦਾ। ਬਿਲਕੁਲ। ਸੋ ਸ਼ਰਾਰਤੀ ਅਨਸਰ ਕੁਝ ਤੇ ਸ਼ਰਾਰਤ ਵਾਲੇ ਲੋਕ ਨੇ, ਉਹਨਾਂ ਦਾ ਮੇਰਾ ਖਿਆਲ ਹੈ ਉਹਨਾਂ ਦਾ ਕੋਈ ਬਹੁਤ ਜ਼ਿਆਦਾ ਇਲਾਜ ਨਹੀਂ ਕੀਤਾ ਜਾ ਸਕਦਾ। ਸ਼ਾਇਦ ਕੁਦਰਤ ਵੱਲੋਂ ਉਹਨਾਂ ਦੀ ਸੋਚ ਇਸ ਤਰ੍ਹਾਂ ਦੀ ਬਣ ਜਾਂਦੀ ਜਾਂ ਕਿਸੇ ਸਮੇਂ 'ਤੇ ਉਹ ਇੱਦਾਂ ਐਕਟ ਕਰਦੇ ਨੇ, ਇਹ ਹੋ ਸਕਦਾ। ਦੂਜਾ ਫਿਰ ਇਹ ਹੋ ਸਕਦਾ, ਦੋ ਐਂਗਲ ਫਿਰ ਵੱਖਰੇ ਹੋਰ ਨੇ ਜੋ ਮੈਂ ਸਮਝਦਾ। ਇੱਕ ਐਂਗਲ ਇਹ ਹੋ ਸਕਦਾ ਕਿ ਕੋਈ ਰੇਸਿਜ਼ਮ ਦੇ ਤੌਰ 'ਤੇ ਅਗਰ ਕੋਈ ਰੇਸ਼ੀਅਲ ਕਿਸੇ ਕਿਸਮ ਦਾ ਕੋਈ ਕਿਸੇ ਵਿਅਕਤੀ ਦਾ ਪ੍ਰਤੀਕਰਮ ਹੈ, ਉਹਨੂੰ ਲੱਗਦਾ ਕਿ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇਮੀਗਰੈਂਟ, ਕਿਉਂਕਿ ਅਸੀਂ ਖੁਦ ਇੱਕ ਇਮੀਗਰੈਂਟ ਹਾਂ, ਭਾਵੇਂ ਅਸੀਂ ਕੈਨੇਡੀਅਨ ਵੀ ਹੁਣ ਅਸੀਂ ਕੈਨੇਡੀਅਨ ਸਿਟੀਜ਼ਨ ਆ, ਲੇਕਿਨ ਜਿਹੜੇ ਵੀ ਕੈਂਡੀਡੇਟ ਨੇ ਉਹ ਹੋ ਸਕਦਾ ਕਿ ਕੁਝ ਵਿਅਕਤੀ ਇੱਦਾਂ ਦੇ ਵੀ ਉਹਨੂੰ ਜਿਹਨੂੰ ਲੱਗਦਾ ਹੋਵੇ ਕਿ ਇਹ ਜਿਹੜੇ ਉਹ ਇਸ ਪ੍ਰੋਸਪੈਕਟਿਵ ਤੋਂ ਦੇਖਦੇ ਹੋਣ। ਅਗਰ ਇਹ ਹੋ ਰਿਹਾ ਇਹ ਹੋਰ ਵੀ ਮਾੜੀ ਗੱਲ ਹੈ। ਬਿਲਕੁਲ। ਇਸ ਤੋਂ ਇਲਾਵਾ ਅਗਰ ਫਿਰ ਕਿਉਂਕਿ ਅਗਰ ਅਸੀਂ ਹੁਣ ਇੱਥੇ ਦੀ ਗੱਲ ਕਰਦੇ ਹਾਂ, ਐਡਮਿੰਟਨ ਦੀ, ਮੈਲਬੌਰਨ ਦੀ ਗੱਲ ਕਰਦੇ ਹਾਂ, ਇੱਥੇ ਦੇ ਵੋਟਾਂ ਦੀ ਗੱਲ ਕਰਦੇ ਹਾਂ, ਜਿੱਥੇ ਕਾਫੀ ਵੱਡੀ ਗਿਣਤੀ ਜਿਹੜੀ ਆ ਉਹ ਇਮੀਗ੍ਰੈਂਟਸ ਜਿਹੜੇ ਕੈਂਡੀਡੇਟ ਨੇ, ਬਿਲਕੁਲ, ਅਗਰ ਉਹ ਆਪਸ ਵਿੱਚ ਹੀ ਕਿਸੇ ਤਰ੍ਹਾਂ ਦਾ ਇਹ ਕੰਮ ਕਰਦੇ ਨੇ, ਖਹਿਬਾਜ਼ੀ ਰੱਖਦੇ ਨੇ, ਔਰ ਉਹਦੇ ਤੋਂ ਇਹ ਝਲਕ ਮਿਲੇ ਕਿ ਉਹ ਜੋ ਵੀ ਜਿਹੜੇ ਵੀ ਅਸੀਂ ਪਿੱਛੇ ਮੁਲਕ ਤੋਂ ਆਏ, ਭਾਵੇਂ ਅਸੀਂ ਇੰਡੀਆ ਤੋਂ ਆਏ ਹੋਈਏ, ਭਾਵੇਂ ਅਸੀਂ ਪਾਕਿਸਤਾਨ ਤੋਂ, ਭਾਵੇਂ ਅਸੀਂ ਸ਼੍ਰੀਲੰਕਾ ਤੋਂ ਆਏ ਹੋਈਏ, ਤਾਂ ਜੋ ਉੱਥੇ ਚੱਲਦਾ ਸੀ ਅਸੀਂ ਉੱਥੇ ਉਹ ਸ਼ੁਰੂ ਕਰ ਦਈਏ, ਇਹ ਵੀ ਬਹੁਤ ਨਿੰਦਣਯੋਗ ਗੱਲ ਹੈ। ਸੋ ਗੱਲ ਇਹ ਜਿਵੇਂ ਤੁਸੀਂ ਦੱਸਿਆ ਕਿ ਇਹ ਸ਼ੋਭਾ ਨਹੀਂ ਦਿੰਦਾ, ਇਹ ਚੰਗੀ ਗੱਲ ਨਹੀਂ। ਮੈਨੂੰ ਲੱਗਦਾ ਵੀ ਅਗਰ ਤੁਹਾਨੂੰ ਕੋਈ ਕੈਂਡੀਡੇਟ ਪਸੰਦ ਨਹੀਂ ਆ, ਉਹਦੀਆਂ ਪਾਲਿਸੀਜ਼, ਉਹਦੇ ਕੰਮ ਕਰਨ ਦਾ ਤਰੀਕਾ ਪਸੰਦ ਨਹੀਂ ਆ, ਹਾਂਜੀ, ਜਦੋਂ ਡੋਰ ਨੌਕਿੰਗ ਤੇ ਹੁੰਦੇ ਨੇ ਸਿੱਧੀ ਗੱਲਬਾਤ ਕਰੋ, ਉਹਨਾਂ ਨੂੰ ਕੁਐਸਚਨ ਕਰੋ। ਬਾਕੀ ਦੂਜੀ ਗੱਲ 18 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ, ਬਿਲਕੁਲ ਜੀ, ਜਿਹੜਾ ਤੁਹਾਡਾ ਪਸੰਦੀਦਾ ਹੋਵੇ ਪਾ ਦਿਓ ਵੋਟ, ਬਿਲਕੁਲ ਜੀ, ਬਿਨਾਂ ਸ਼ੱਕ। ਤੇ ਹੁਣ ਗੱਲ ਕਰਦੇ ਹਾਂ ਜੀ ਸਕੂਲ ਬੋਰਡ ਟਰਸਟੀ ਦੀ। ਹਾਂਜੀ, ਇਹ ਇਲੈਕਸ਼ਨ ਇਹੋ ਜਿਹੀ ਆ, ਇਹਦੇ ਵਿੱਚ ਆਪਣੀ ਭਾਈਚਾਰੇ ਵੱਲੋਂ ਹੁਣ ਤੱਕ ਕਦੇ ਵੀ ਉਤਸ਼ਾਹ ਨਹੀਂ ਦਿਖਾਇਆ ਗਿਆ ਸੀ, ਪਰ ਇਹਨਾਂ ਇਲੈਕਸ਼ਨਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉਮੀਦਵਾਰ ਜਿਹੜੇ ਆ ਉਹ ਸਾਹਮਣੇ ਆਏ ਨੇ ਤੇ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ। ਕੀ ਲੱਗਦਾ ਤੁਹਾਨੂੰ? ਦੇਖੋ ਜੀ, ਇੱਕ ਗੱਲ ਤੇ ਮੈਂ ਥੋੜ੍ਹੀ ਜਿਹੀ ਪਿਛਲੀ ਇੱਕ ਆਪਣੇ ਸੱਜਣ ਸਨ, ਵੈਸੇ ਤਾਂ ਉਹ ਪੋਲੀਟੀਕਲ ਪਾਰਟੀ ਦੇ ਨਾਲ ਐਸੋਸੀਏਟਡ ਰਹੇ ਨੇ, ਕੈਲਗਰੀ ਸ਼ਹਿਰ ਤੋਂ ਰਹੇ ਨੇ, ਲੇਕਿਨ ਉਹ ਕਾਫੀ ਐਗਰੈਸਿਵ ਪੋਲੀਟੀਸ਼ੀਅਨ ਸਨ। ਉਹਨਾਂ ਨੂੰ ਪਰਮਾਤਮਾ ਨੇ ਉਮਰ ਲੰਬੀ ਨਹੀਂ ਬਖਸ਼ੀ, ਲੇਕਿਨ ਉਹ ਇਹ ਗੱਲ ਅਕਸਰ ਕਿਹਾ, ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਜਿਹੜੇ ਨੌਜਵਾਨ ਨੇ, ਕਿਉਂਕਿ ਉਹ ਪੰਜਾਬੀ ਸਿੱਖ ਕਮਿਊਨਿਟੀ ਦੇ ਨਾਲ ਸੰਬੰਧਿਤ ਸਨ, ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਨੌਜਵਾਨਾਂ ਨੂੰ ਮੋਹਰੇ ਆਉਣਾ ਚਾਹੀਦਾ। ਤੁਸੀਂ ਭੁੱਲਰ ਸਾਹਿਬ ਦੀ ਗੱਲ ਕਰ ਰਹੇ ਹੋ? ਮੈਂ ਭੁੱਲਰ ਸਾਹਿਬ ਦੀ ਗੱਲ, ਮੈਂ ਮਨਮੀਤ ਭੁੱਲਰ ਹੋਣਾ ਦੀ ਗੱਲ ਕਰ ਰਿਹਾ। ਉਹ ਇਹ ਗੱਲ ਬਹੁਤ ਵਾਰ ਕਹਿੰਦੇ ਸਨ ਕਿ ਸਾਡੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਮੋਹਰੇ ਆਉਣਾ ਚਾਹੀਦਾ। ਔਰ ਇਹ ਗੱਲ ਜਿਹੜੀ ਤੁਸੀਂ ਕਹੀ ਹੈ ਸਕੂਲ ਟਰਸਟ, ਕਿਉਂਕਿ ਇਹ ਗੱਲ ਠੀਕ ਹੈ ਕਿ
ਕਿਉਂਕਿ ਇਹਦੇ ਵਿੱਚ ਫਿਰ ਮਕਸਦ ਦੀ ਗੱਲ ਆ ਜਾਂਦੀ, ਤੁਹਾਡਾ ਏਮ ਕੀ ਹੈ, ਤੁਹਾਡਾ ਟਾਰਗੇਟ ਕੀ ਹੈ। ਜੀ ਜੇ ਤੁਹਾਡਾ ਟਾਰਗੇਟ ਹੈ ਵਾਕਿਆ, ਕਿਉਂਕਿ ਦੇਖੋ ਇਹ ਮਿਊਨਿਸਪਲ ਇਲੈਕਸ਼ਨ ਨੇ, ਇਹਨਾਂ ਨੂੰ ਸਿਵਿਕ ਇਲੈਕਸ਼ਨ ਵੀ ਕਿਹਾ ਜਾਂਦਾ ਜੀ, ਸਿਵਲ, ਹਾਂਜੀ ਗ੍ਰਾਸ ਰੂਟ ਬਿਲਕੁਲ ਡੈਮੋਕ੍ਰੇਸੀ ਗ੍ਰਾਸ ਰੂਟ ਹੈ। ਅਗਰ ਤੁਸੀਂ ਵਾਕਿਆ ਹੀ ਤੁਹਾਡਾ ਸ਼ੌਕ ਹੈ ਤੇ ਤੁਸੀਂ ਜ਼ਰੂਰ ਇਹਦੇ ਵਿੱਚ ਪਾਰਟਿਸਿਪੇਟ ਕਰੋ, ਇਹ ਬੜੀ ਚੰਗੀ ਗੱਲ ਹੈ। ਲੇਕਿਨ ਦੂਜੀ ਮੈਂ ਗੱਲ ਹੋਰ ਕਹਿਣੀ ਚਾਹਾਂਗਾ ਜਿਹੜੀ ਕਿ ਉਨੀ ਜ਼ਰੂਰੀ ਹੈ, ਮਹੱਤਵਪੂਰਨ ਹੈ, ਕਿ ਅਗਰ ਤੁਸੀਂ ਵਾਕਿਆ ਇੰਟਰਸਟਡ ਹੋ ਤੇ ਫਿਰ ਉਹਦੇ ਅਨੁਸਾਰ ਆਪਣੇ ਸਕਿੱਲ ਜਿਹੜੇ ਨੇ, ਜਿਹੜੀ ਆਪਣੀ ਨੌਲੇਜ ਹੈ ਉਹ 'ਚ ਵਾਧਾ ਜ਼ਰੂਰ ਕਰੋ। ਇਹ ਨਹੀਂ ਕਿ ਤੁਸੀਂ ਸਕੂਲ ਟਰਸਟੀ ਲਈ ਖੜੇ ਹੋ, ਅਗਰ ਤੁਹਾਨੂੰ ਐਜੂਕੇਸ਼ਨ ਸਿਸਟਮ ਦੇ ਬਾਰੇ ਕੋਈ ਬੰਦਾ ਕੁਐਸਚਨ ਪੁੱਛੇ ਤੇ ਤੁਸੀਂ ਬਿਲਕੁਲ ਆਨਸਰ ਨਾ ਕਰ ਸਕੋ, ਜਾਂ ਤੁਹਾਨੂੰ ਉਹਦੀ ਬੈਕਗਰਾਉਂਡ ਜਾਂ ਤੁਹਾਨੂੰ ਉਹਦੀ ਨੌਲੇਜ ਨਾ ਹੋਵੇ। ਬਿਲਕੁਲ ਜੀ, ਜੇ ਕਰਿਕੂਲਮ ਦੀ ਗੱਲ ਕਰ ਰਹੇ ਤੇ ਤੁਹਾਨੂੰ ਕਰਿਕੂਲਮ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਹੈ। ਕਿਉਂਕਿ ਇੱਕ ਜਿਹੜੀਆਂ ਚੀਜ਼ਾਂ ਇੱਕ ਸਕੂਲ ਟਰਸਟੀ ਤੋਂ ਜਿਨ੍ਹਾਂ ਦੀ ਐਕਸਪੈਕਟੇਸ਼ਨ ਕੀਤੀ ਜਾਂਦੀ ਹੈ, ਅਗਰ ਤੁਸੀਂ ਉਹਦੇ ਵਿੱਚ ਪੂਰਾ ਨਹੀਂ ਉਤਰਦੇ, ਅਗਰ ਤੁਹਾਡਾ ਸਕਿੱਲ ਉਹਦੇ ਲਈ ਠੀਕ ਨਹੀਂ ਹੈ, ਫਿਰ ਮੇਰੇ ਖਿਆਲ ਨਾਲ ਇਹ ਸਿਰਫ ਇਹਨੂੰ ਅਗਰ ਕੋਈ ਇਸ ਤਰ੍ਹਾਂ ਮੰਨ ਕੇ ਚੱਲਦਾ ਹੈ ਕਿ ਠੀਕ ਆ ਜੀ, ਅਗਰ ਵੀ ਜੇ ਇੱਕ ਵਾਰੀ ਅਸੀਂ ਫਿਰ ਸਕੂਲ ਟਰਸਟੀ ਬਣ ਗਏ, ਫਿਰ ਦੁਬਾਰਾ ਕੌਂਸਲਰ ਬਣਾਂਗੇ ਤੇ ਫਿਰ MLA MP ਜਾਂ ਵਾਟ ਐਵਰ, ਇਹ ਮੇਰਾ ਖਿਆਲ ਇਹ ਅਪਰੋਚ ਜਿਹੜੀ ਹੈ, ਅਗਰ ਏਮ ਇਹ ਹੈ, ਟਾਰਗੇਟ ਇਹ, ਤਾਂ ਫਿਰ ਮੇਰੇ ਖਿਆਲ ਨਾਲ ਬਹੁਤ ਚੰਗੀ ਗੱਲ ਹੈ। ਹਾਂਜੀ, ਫਿਰ ਚੰਗੀ ਗੱਲ। ਤੇ ਹੁਣ ਗੱਲ ਕਰ ਲੈਂਦੇ ਹਾਂ ਜੀ, ਇੱਕ ਕੁਰੀਤੀ ਨਜ਼ਰ ਆ ਰਹੀ ਹੈ ਮੈਨੂੰ, ਹਾਂਜੀ, ਦੇਖਣ ਵਿੱਚ ਆਇਆ, ਸੁਣਨ ਵਿੱਚ ਆਇਆ, ਕਈ ਦੋਸਤਾਂ ਤੋਂ ਜਾਂ ਕਈ ਹੋਰ ਸੂਤਰਾਂ ਤੋਂ ਪਤਾ ਲੱਗਾ ਵੀ ਕੁਝ ਕੈਂਡੀਡੇਟ ਜਿਹੜੇ ਨੇ ਉਹ ਇਹਨਾਂ ਇਲੈਕਸ਼ਨਸ ਦੇ ਵਿੱਚ ਵੋਟਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਸ਼ਰਾਬ ਵਗੈਰਾ ਦਾ ਜਿਹੜੀ ਆਫਰ ਕਰ ਰਹੇ ਨੇ। ਇਹ ਜਿਹੜੀ ਕੁਰੀਤੀ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਜੀ? ਦੇਖੋ ਜੀ, ਸ਼ਰਾਬ ਵੈਸੇ ਚਲੋ ਹਰ ਇੱਕ ਵਿਅਕਤੀ ਪੀਂਦਾ, ਹਰ ਇੱਕ ਨਹੀਂ ਪੀਂਦਾ, ਬਹੁਤ ਗਿਣਤੀ ਲੋਕ ਪੀਂਦੇ ਨੇ ਸ਼ਾਇਦ। ਹਾਂਜੀ, ਇਹਦੇ ਬਾਰੇ ਤਾਂ ਅਸੀਂ ਨਹੀਂ ਕਹਿ ਸਕਦੇ ਕਿ ਸ਼ਰਾਬ ਕੁਰੀਤੀ ਹੈ, ਕਿੰਨੀ ਕੁ ਕੁਰੀਤੀ ਹੈ। ਹਾਂਜੀ, ਲੇਕਿਨ ਅਗਰ ਕੋਈ ਵਿਅਕਤੀ ਕਿਸੇ ਨੂੰ, ਕਿਸੇ ਦੀ ਵੋਟ ਨੂੰ ਇਨਫਲੂਐਂਸ ਕਰਨ ਦਾ ਯਤਨ ਕਰਦਾ ਇਹਦੇ ਜ਼ਰੀਏ, ਤੇ ਮੇਰਾ ਖਿਆਲ ਹੈ ਇਹ ਬੇਹੱਦ ਜਿਹੜੀ ਨਿੰਦਣਯੋਗ ਗੱਲ ਹੈ। ਕਿਉਂਕਿ ਇਹ ਜਿਹੜੀ ਫੀਚਰ ਹੈਗੀ ਨਾ, ਇੰਡੀਅਨ ਪੋਲਿਟਿਕਸ ਦੀ ਕਹਿ ਲਓ, ਪੰਜਾਬ ਪੋਲਿਟਿਕਸ ਦੀ ਕਹਿ ਲਓ, ਉੱਥੇ ਬਹੁਤ ਚੱਲਦੀ ਆ, ਉੱਥੇ ਵੀ ਇਹਦੀ ਕ੍ਰਿਟਿਸਿਜ਼ਮ ਕੀਤੀ ਜਾਂਦੀ ਆ, ਤੇ ਮੈਨੂੰ ਲੱਗਦਾ ਵੀ ਇੱਥੇ ਵੀ ਕ੍ਰਿਟਿਸਿਜ਼ਮ ਕਰਨੀ ਬਣਦੀ ਆ। ਤੇ ਸਾਡੇ ਜਿਹੜੇ ਵੋਟਰ ਨੇ ਉਹਨਾਂ ਨੂੰ ਸਤਰਕ ਹੋਣ ਦੀ ਲੋੜ ਆ, ਆਪਣੇ ਵੋਟ ਦੀ ਜਿਹੜੀ ਵੈਲਿਊ ਆ, ਅਹਿਮੀਅਤ ਆ, ਉਹਨੂੰ ਸਮਝਣ ਦੀ ਲੋੜ ਆ। ਮੇਰਾ ਖਿਆਲ ਹੈ ਜੀ ਵੋਟਰਾਂ ਦੇ ਹੱਥ ਬਹੁਤ ਕੁਝ ਹੈ। ਬਿਲਕੁਲ, ਅਗਰ ਕੋਈ ਵਿਅਕਤੀ ਇਸ ਤਰ੍ਹਾਂ ਕਰਨ ਦਾ ਯਤਨ ਕਰਦਾ, ਅਗਰ ਵੋਟਰ ਉਹਨੂੰ ਮੂੰਹ ਤੋੜਵਾਂ ਜਵਾਬ ਦੇਣ, ਤੇ ਮੇਰਾ ਖਿਆਲ ਹੈ ਗਾਂਹ ਤੋਂ ਬੰਦਾ ਜਿਹੜਾ ਨਹੀਂ ਟਰਾਈ ਕਰੇਗਾ। ਵੈਸੇ ਜਿਹੜਾ ਪੁਰਾਣਾ ਜਿਹੜੀ ਹਿਸਟਰੀ ਹੈ, ਕਿਉਂਕਿ ਅੱਜ ਤੋਂ 20 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਜਿਸ ਤਰ੍ਹਾਂ ਦੇ ਕੈਂਡੀਡੇਟ ਇਲੈਕਸ਼ਨ ਦੇ ਵਿੱਚ ਅੱਗੇ ਆਏ ਸਨ, ਹੁਣ ਅਗਰ ਮੈਂ ਮੋਟੇ ਤੌਰ ਤੇ ਸਰਸਰੀ ਤੌਰ ਤੇ ਨਿਗਾਹ ਮਾਰਾਂ ਤਾਂ ਵੱਖਰੇ ਤਰ੍ਹਾਂ ਦੇ ਲੋਕ ਨੇ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਯਤਨ ਕੀਤੇ ਗਏ, ਲੇਕਿਨ ਕੁਝ ਲੋਕ ਇੱਦਾਂ ਕਰਕੇ ਕਾਮਯਾਬ ਵੀ ਹੋਏ ਨੇ। ਬਿਲਕੁਲ, ਲੇਕਿਨ ਕਿਸੇ ਉਹਦਾ ਕੋਈ ਰਿਜ਼ਲਟ ਚੰਗਾ ਨਹੀਂ ਨਿਕਲਿਆ। ਸੋ ਹੁਣ ਵੀ ਅਗਰ ਕੋਈ ਕੋਸ਼ਿਸ਼ ਕਰਦਾ ਹੈ ਤਾਂ ਮੇਰਾ ਖਿਆਲ ਹੈ ਉਹਨਾਂ ਨੂੰ ਇਹ ਗੱਲ ਬੰਦ ਕਰ ਦੇਣੀ ਚਾਹੀਦੀ ਹੈ। ਸੋ ਇਸ ਮੁੱਦੇ ਤੇ ਦਰਸ਼ਕਾਂ ਨੂੰ, ਸਾਡੇ ਜਿਹੜੇ ਵੋਟਰ ਨੇ ਐਡਮਿੰਟਨ ਵਾਸੀ, ਇਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਤੁਸੀਂ? ਸੁਨੇਹਾ ਇਹੀ ਜੀ ਕਿ ਪਹਿਲੀ ਗੱਲ ਇਹ ਹੈ ਜੀ ਕਿ ਅਸੀਂ ਮੇਅਰ ਨੂੰ ਚੁਣਨਾ ਹੈ, ਅਸੀਂ ਕੌਂਸਲਰ ਨੂੰ ਚੁਣਨਾ ਹੈ, ਅਸੀਂ ਸਕੂਲ ਟਰਸਟੀ ਨੂੰ ਚੁਣਨਾ ਹੈ, ਅਸੀਂ ਉਸ ਤੋਂ ਬਾਅਦ ਆਪਣੇ ਸੈਨੇਟ ਦੇ ਉੱਪਰ ਕੈਂਡੀਡੇਟ ਭੇਜਣੇ ਨੇ। ਥੋੜ੍ਹਾ ਜਿਹਾ ਟਾਈਮ ਜਾਣਕਾਰੀ ਆਪਣੇ ਤੌਰ ਤੇ ਇਕੱਤਰ ਕਰਨ ਦਾ ਯਤਨ ਕਰੋ, ਕਿਉਂਕਿ ਅੱਜ ਕੱਲ੍ਹ ਅਗਰ ਕੋਈ ਵਿਅਕਤੀ ਕਹੇ ਮੈਨੂੰ ਪਤਾ ਨਹੀਂ, ਮੈਨੂੰ ਨੌਲੇਜ ਨਹੀਂ, ਅਸੀਂ ਸਾਰੇ ਫੋਨਾਂ ਤੇ ਬਹੁਤ ਆਪਣੇ ਟਾਈਮ ਲਾਉਨੇ ਆ। ਕਿਸੇ ਕਿਸਮ ਦੀ ਇਨਫੋਰਮੇਸ਼ਨ ਤੁਸੀਂ ਘੱਟੋ ਘੱਟ, ਮੈਂ ਕਹਿੰਦਾ ਹੋ ਨਹੀਂ ਤਾਂ ਵਿਕੀਪੀਡੀਆ ਤੇ ਠੀਕ ਆ, ਭਾਵੇਂ ਵਿਕੀਪੀਡੀਆ ਦੀ ਇਨਫੋਰਮੇਸ਼ਨ ਬਹੁਤ ਆਥੈਂਟਿਕ ਨਹੀਂ ਹੁੰਦੀ, ਲੇਕਿਨ ਫਿਰ ਵੀ ਤੁਹਾਨੂੰ ਕੁਝ ਨਾ ਕੁਝ ਮਿਲਦਾ ਜ਼ਰੂਰ ਹੈ। ਤੁਸੀਂ ਆਪਣੇ ਤੌਰ ਤੇ ਸਰਚ ਕਰੋ, ਆਪਣੇ ਤੌਰ ਤੇ ਜਾਣਕਾਰੀ ਪ੍ਰਾਪਤ ਕਰਕੇ ਫਿਰ ਉਸ ਵਿਸ਼ੇ ਤੇ ਉਸ ਸੰਬੰਧਿਤ, ਭਾਵੇਂ ਸਕੂਲ ਟਰਸਟੀ ਕਿਹੋ ਜਿਹਾ ਹੋਣਾ ਚਾਹੀਦਾ, ਮੇਅਰ ਕਿਹੋ ਜਿਹਾ ਹੋਣਾ ਚਾਹੀਦਾ, ਕੌਂਸਲਰ ਤੋਂ ਕੀ ਐਕਸਪੈਕਟੇਸ਼ਨ ਨੇ, ਇਹਨਾਂ ਗੱਲਾਂ ਬਾਰੇ ਪਤਾ ਕਰਕੇ ਫਿਰ ਵੋਟ ਕਰੋ। ਬਿਲਕੁਲ ਜੀ, ਇਹ ਸਮਾਂ ਵਾ ਕਿ ਅਸੀਂ ਆਪਣੇ ਨਿਰਣੇ ਜਿਹੜੇ ਆ ਸੋਚ ਸਮਝ ਕੇ ਲਈਏ, ਤੇ ਆਪਣੇ ਜਿਹੜੇ ਵੱਖ-ਵੱਖ ਰਿਪਰੈਜ਼ੈਂਟੇਟਿਵ ਨੇ, ਚਾਹੇ ਉਹ ਮੇਅਰ ਹੈ, ਚਾਹੇ ਉਹ ਕਾਉਂਸਲਰ ਨੇ, ਤੇ ਜਾਂ ਉਹ ਸਕੂਲ ਬੋਰਡ ਟਰਸਟੀ ਨੇ, ਉਹਨਾਂ ਦੀ ਕਾਬਲੀਅਤ ਦੇ ਆਧਾਰ ਤੇ ਉਹਨਾਂ ਦੀ ਚੋਣ ਕਰੀਏ, ਨਾ ਕਿ ਇਸ ਆਧਾਰ ਤੇ ਵੀ ਭਾਈ ਇਹ ਸਾਡੇ ਭਾਈਚਾਰੇ ਦਾ ਵਾ, ਅਸੀਂ ਕਿਹਨੂੰ ਜਾਣਦੇ, ਸਾਡੇ ਧਰਮ ਦਾ ਵਾ। ਬਿਲਕੁਲ ਜੀ, ਹਨਾ, ਬਿਲਕੁਲ ਇਹਨਾਂ ਚੀਜ਼ਾਂ ਨੂੰ ਪਿੱਛੇ ਛੱਡੀਏ। ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ, ਵੈਸੇ ਮੈਂ ਮਿਸ ਕਰ ਗਿਆ ਜੀ। ਇਹ ਜਿਹੜਾ ਨਾ, ਇਹ ਥਾਟ ਜਿਹੜੀ ਆ, ਇਹ ਬਿਲਕੁਲ ਮੈਂ ਸਮਝਦਾ ਕਿ ਸਾਨੂੰ ਇਸ ਤੋਂ ਪਿੱਛੇ ਹਟਣਾ ਪਵੇਗਾ। ਬਿਲਕੁਲ, ਕਿ ਇਹ ਸਾਡੇ ਨਾਲ ਕੁਝ ਸੰਬੰਧਿਤ ਹੈ, ਕਿਉਂਕਿ ਅਸੀਂ ਅਗਰ ਕੈਨੇਡੀਅਨ ਨਾਗਰਿਕ ਦੇ ਤੌਰ ਤੇ, ਐਡਮਿੰਟਨ ਦੇ ਰੈਜ਼ੀਡੈਂਟ ਦੇ ਹੋਣ ਦੇ ਤੌਰ ਤੇ ਅਸੀਂ ਵੋਟ ਪਾ ਰਹੇ ਹਾਂ, ਤਾਂ ਇਹੀ ਬਸ ਇਸ ਤੋਂ ਅੱਗੇ ਫਿਰ ਸਾਨੂੰ ਹੋਰ ਕੋਈ ਵਰਗੀਕਰਨ ਨਹੀਂ ਕਰਨਾ ਚਾਹੀਦਾ। ਔਰ ਕਿਉਂਕਿ ਜਿਹੜਾ ਇਲੈਕਸ਼ਨ ਆ ਜੀ, ਇਹ ਤੁਸੀਂ ਸਿਰਫ ਇਲੈਕਸ਼ਨ ਨਹੀਂ ਗੇ, ਬਿਲਕੁਲ ਇਹ ਤੁਹਾਡਾ ਤੇ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨ ਦਾ ਭਵਿੱਖ ਆ, ਬਿਨਾਂ ਸ਼ੱਕ ਜੀ। ਸੋ ਆਪਾਂ ਨੂੰ ਆਪਣਾ ਤੇ ਆਉਣ ਵਾਲੀਆਂ ਜਨਰੇਸ਼ਨ ਦਾ ਭਵਿੱਖ ਜਿਹੜਾ ਵਾ, ਉਸ ਨੂੰ ਪ੍ਰੋਟੈਕਟ ਵੀ ਕਰਨਾ ਵਾ, ਤੇ ਪ੍ਰੋਟੈਕਟ ਕਰਨ ਦਾ ਇੱਕੋ ਤਰੀਕਾ ਜੀ, ਸੋਚ ਸਮਝ ਕੇ ਵੋਟ ਪਾਈ ਜਾਵੇ। ਬਿਲਕੁਲ ਜੀ। ਤੇ ਭਾਜੀ ਚੱਲਦਿਆਂ ਨਾ
ਇੰਡੀਆ ਦੀ ਥੋੜੀ ਜਿਹੀ ਗੱਲਬਾਤ ਕਰ ਲੈਂਦੇ ਆ। ਭਾਰਤ ਦੇ ਵਿੱਚ ਰੀਸੈਂਟਲੀ ਇੱਕ ਬੜੀ ਹੀ ਸੰਵੇਦਨਸ਼ੀਲ ਦੁਖਦਾਈ ਘਟਨਾ ਵਾਪਰੀ ਹੈ ਲਖੀਮਪੁਰ ਖੀਰੀ ਦੀ। ਹਾਂਜੀ, ਸਾਡੇ ਦਰਸ਼ਕ ਜਾਣਦੇ ਨੇ ਬਿਲਕੁਲ ਜੀ ਕਿ ਕਿਵੇਂ ਉੱਥੋਂ ਜਿਹੜੇ ਕੁਝ ਨੇਤਾਗਣ ਨੇ, ਉਹਨਾਂ ਦੇ ਮੁੰਡੇ ਘੱਟ ਗੁੰਡੇ ਜ਼ਿਆਦੇ ਨੇ, ਹਾਂਜੀ। ਉਹਨਾਂ ਨੇ ਕਿਵੇਂ ਉੱਥੇ ਕਿਸਾਨਾਂ ਨੂੰ ਰੌਂਦਿਆ, ਆਪਣੀਆਂ ਗੱਡੀਆਂ ਥੱਲੇ ਦਿੱਤਾ। ਹਾਂਜੀ। ਔਰ ਉਸ ਤੋਂ ਨਾਲ ਹੀ ਅਗਲੇ 1-2 ਦਿਨਾਂ ਦੇ ਵਿੱਚ ਪੁੰਛ ਦੇ ਵਿੱਚ ਉੱਥੇ ਸਿੱਖਾਂ ਦੇ ਮੁੰਡੇ ਜਿਹੜੇ ਆ ਸ਼ਹੀਦੀਆਂ ਪਾਉਂਦੇ ਨੇ। ਸੋ ਇਹ ਜਿਹੜਾ ਘਟਨਾਕ੍ਰਮ ਆ, ਮੈਨੂੰ ਲੱਗਦਾ ਵੀ ਇਹ ਉੱਥੇ ਵੀ ਸਿੱਖ ਸ਼ਹੀਦ, ਇੱਥੇ ਵੀ ਸਿੱਖ ਸ਼ਹੀਦ ਹੋ ਰਹੇ ਆ। ਤੇ ਅਜੇ ਵੀ ਸਾਨੂੰ ਆਪਣੀਆਂ ਜਿਹੜੀਆਂ ਭਾਰਤ ਦੇ ਪ੍ਰਤੀ, ਆਪਣੇ ਦੇਸ਼ ਦੇ ਪ੍ਰਤੀ ਜਿਹੜੀ ਦੇਸ਼ ਪ੍ਰੀਅਤਾ ਵਾ, ਦੇਸ਼ ਨਾਲ ਪ੍ਰੇਮ ਆ, ਉਹਨੂੰ ਸਾਬਿਤ ਕਰਨ ਦੇ ਲਈ ਕਿੰਨਾ ਕੁ ਚਿਰ ਲੱਗਣਾ ਪਊ? ਦੇਖੋ, ਮੇਰਾ ਖਿਆਲ ਹੈ ਜੀ ਕਿ ਗੱਲ ਹੈ ਕਿ ਕਿਸੇ ਆਮ ਵਿਅਕਤੀ ਦੀ ਗੱਲ ਨਹੀਂ ਹੈ। ਮਨ ਨੂੰ ਠੇਸ ਜਾਂ ਦੁੱਖ ਉਦੋਂ ਪਹੁੰਚਦਾ ਜਦੋਂ ਕਿਸੇ ਪੋਲੀਟੀਕਲ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ, ਭਾਵੇਂ ਉਹ ਮੈਂਬਰ ਪਾਰਲੀਮੈਂਟ ਹੋਣ, ਭਾਵੇਂ ਉਹ ਐਮਐਲਏ ਹੋਣ, ਭਾਵੇਂ ਕਿਸੇ ਸਟੇਟ ਦੇ ਮੁੱਖ ਮੰਤਰੀ ਹੋਣ, ਚਾਹੇ ਗ੍ਰਹਿ ਮੰਤਰੀ ਹੋਣ, ਭਾਵੇਂ ਉਹ ਗ੍ਰਹਿ ਮੰਤਰੀ ਹੋਣ, ਭਾਵੇਂ ਕੋਈ ਹੋਣ, ਜਦੋਂ ਉਹ ਇਸ ਕਿਸਮ ਦਾ ਘਟੀਆ ਬਿਆਨ ਦਿੰਦੇ ਨੇ ਜਿਹਦੇ ਵਿੱਚ ਇਹ ਕਹਿੰਦੇ ਨੇ ਕਿ ਜੇਕਰ ਜੀ ਕਿਸਾਨਾਂ ਦੀ ਐਜੀਟੇਸ਼ਨ ਦੇ ਵਿੱਚ ਜਿਹੜੇ ਲੋਕ ਨੇ ਇਹ ਖਾਲਿਸਤਾਨੀ ਨੇ, ਇਹ ਵੱਖਵਾਦੀ ਨੇ, ਇਹ ਅੱਤਵਾਦੀ ਨੇ, ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸ਼ਰਮ ਦੇ ਨਾਲ ਡੁੱਬ ਮਰਨ ਲਈ ਇਸ ਤੋਂ ਵੱਡੀ, ਕਿਉਂਕਿ ਇਹੀ ਸਿਰਫ ਗੱਲ ਨਹੀਂ, ਮੇਰਾ ਖਿਆਲ ਬਹੁਤ ਲੰਬਾ ਸਮਾਂ ਨਹੀਂ ਹੋਇਆ ਜਦੋਂ ਚਾਈਨਾ ਦੇ ਨਾਲ ਕੌਨਫਲਿਕਟ ਹੋਇਆ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਫੌਜੀ ਨੌਜਵਾਨ ਉੱਥੇ ਵੀ ਸ਼ਹੀਦ ਹੋਏ ਸਨ। ਹਰ ਵਾਰੀ ਹੁੰਦੇ ਨੇ, ਹਰ ਵਾਰ ਹੁੰਦੇ ਨੇ। ਤੇ ਕਿੰਨੀ ਕੁ ਵਾਰ ਲੇਕਿਨ ਫਿਰ ਗੱਲ ਇਹ ਆ ਕਿ ਸ਼ਰਮ ਜਿਹੜੀ ਹੈ ਉਹ ਖੈਰ, ਕਿਉਂਕਿ ਵਿਅਕਤੀ ਬਸ਼ਰਮ ਇੱਕੋ ਵਾਰੀ ਹੁੰਦਾ, ਜਿਹੜਾ ਬਸ਼ਰਮ ਹੋ ਜਾਂਦਾ ਉਹਦਾ ਫਿਰ ਬਹੁਤ ਕੁਝ ਕੀਤਾ ਨਹੀਂ ਜਾ ਸਕਦਾ। ਮੇਰੇ ਨਹੀਂ ਖਿਆਲ ਸਿੱਖਾਂ ਨੂੰ ਕੁਝ ਕਰਨ ਦੀ ਲੋੜ ਹੈ, ਬਹੁਤ ਕੁਝ ਹੋ ਰਿਹਾ, ਲੇਕਿਨ ਇਸ ਦਾ ਜਿਹੜਾ ਹਿਸਟਰੀ ਜਿਹੜੀ ਹੈ ਉਹ ਬੈਟਰ ਜੱਜ ਹੋਏਗੀ ਜੀ। ਪਰ ਸੁਨੇਹਾ ਇਹੀ ਹੈ ਜੀ ਕਿ ਡਟੇ ਰਹੋ। ਬਿਲਕੁਲ ਜੀ, ਆਪਣਾ ਜਿਹੜਾ ਅੰਦੋਲਨ ਹੈ ਬਹੁਤ ਲੰਬਾ ਚੱਲ ਗਿਆ ਵਾ ਤੇ ਚੱਲੇਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਸਾਰਥਕ ਹੋਣਗੇ। ਇੱਥੇ ਲਈਏ ਜੀ ਇਜਾਜ਼ਤ ਫਿਰ ਆਪਾਂ। ਬਿਲਕੁਲ ਜੀ। ਤੇ ਆਉਣ ਵਾਲੇ ਸਮੇਂ ਵਿੱਚ ਫਿਰ ਤੁਹਾਨੂੰ ਸੱਦਾ ਦੇਵਾਂਗੇ ਜੀ, ਤੇ ਕੁਝ ਹੋਰ ਜਿਹੜੇ ਰਾਜਨੀਤਿਕ ਮੁੱਦੇ ਨੇ ਉਹਨਾਂ ਪਰ ਗੱਲਬਾਤ ਕਰਾਂਗੇ। ਤਦ ਤੱਕ ਲਈ ਆਪ ਜੀ ਦਾ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਜੀ ਸਰਦਾਰ ਗੁਰਿੰਦਰ ਸਿੰਘ ਹੀਰ। ਇਹਨਾਂ ਨਾਲ ਅੱਜ ਅਸੀਂ ਬੜੇ ਵਿਸਥਾਰ ਨਾਲ ਚਰਚਾ ਕੀਤੀ ਕਿ ਰੀਸੈਂਟਲੀ ਜਿਹੜੀਆਂ 18 ਅਕਤੂਬਰ ਨੂੰ ਵੋਟਾਂ ਹੋਣੀਆਂ ਨੇ, ਉਹਦੇ ਵਿੱਚ ਵੋਟ ਪਾਉਣ ਦਾ ਸਹੀ ਤਰੀਕਾ ਕੀ ਹੈ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਔਰ ਤੁਸੀਂ ਆਪਣੀ ਵੋਟ ਦਾ ਕਿਤੇ ਗਲਤ ਇਸਤੇਮਾਲ ਨਾ ਕਰ ਲਿਓ। ਤੁਹਾਡੀ ਵੋਟ ਜਿਹੜੀ ਆ ਉਹ ਕਾਊਂਟ ਹੋਣੀ ਚਾਹੀਦੀ ਆ। ਬਾਕੀ ਸਾਡੇ ਵੱਲੋਂ ਗੁਜ਼ਾਰਿਸ਼ ਆ, ਵੋਟ ਜ਼ਰੂਰ ਪਾਇਓ, ਸੋਚ ਸਮਝ ਕੇ ਪਾਇਓ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜੀ। ਤਦ ਤੱਕ ਮਨਜੀਤ ਸਿੰਘ ਫੇਰਮਾਨ ਨੂੰ ਦਿਓ ਇਜਾਜ਼ਤ, ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਧੰਨਵਾਦ।